ਸਤਿ ਸ਼੍ਰੀ ਅਕਾਲ ਜੀ। ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ ਤੇ ਲੈ ਕੇ ਹਾਜ਼ਰ ਆਪਣੀ ਖਾਸ ਪੇਸ਼ਕਸ਼ ਟਿਕਟੌਕ ਅਤੇ ਹੋਰ ਚਾਈਨੀਜ਼ ਐਪ ਬੰਦ ਹੋਣ ਦਾ ਅਸਲ ਸੱਚ ਕਿ ਵਾਕਈ ਇਹ ਬੈਨ ਹੋਈਆਂ ਨੇ, ਬੰਦ ਹੋਈਆਂ ਨੇ ਜਾਂ ਫਿਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 29 ਤਰੀਕ ਦੀ ਸ਼ਾਮ ਨੂੰ ਇੱਕ ਫੈਸਲਾ ਆਉਂਦਾ ਹੈ ਸਾਡੇ IT ਮੰਤਰਾਲੇ ਵੱਲੋਂ। ਸਾਡੇ ਦੇਸ਼ ਦੇ ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਉਹਨਾਂ ਵੱਲੋਂ ਇੱਕ ਫੈਸਲਾ ਲਿੱਤਾ ਜਾਂਦਾ, ਇੱਕ ਟਵੀਟ ਕੀਤਾ ਜਾਂਦਾ ਜਿਸ ਦੇ ਵਿੱਚ ਉਹ ਆਖਦੇ ਨੇ ਕਿ 59 ਦੇ ਕਰੀਬ ਐਪਸ ਨੂੰ ਬੈਨ ਕੀਤਾ ਗਿਆ ਆ। ਪਰ ਉਸ ਦੇ ਵਿੱਚ ਚੀਨ ਜਾਂ ਚੀਨੀ ਐਪ ਦਾ ਨਾਂ ਨਹੀਂ ਵਰਤਿਆ ਜਾਂਦਾ। ਕੇਵਲ ਇਹ ਐਪ ਦੱਸੀਆਂ ਜਾਂਦੀਆਂ ਨੇ। ਟਿਕਟੌਕ ਸਮੇਤ 59 ਐਪ ਨੇ ਜਿਹੜੀਆਂ ਬੈਨ ਕੀਤੀਆਂ ਗਈਆਂ, ਬੰਦ ਕੀਤੀਆਂ ਗਈਆਂ ਨੇ। ਇਹ ਐਪ ਸਿੱਧੇ ਤੌਰ 'ਤੇ ਜਾਂ ਸਿੱਧੇ ਤੌਰ 'ਤੇ ਚੀਨ ਨਾਲ ਜ਼ਰੂਰ ਜੁੜੀਆਂ ਹੋਈਆਂ, ਪਰ ਕਿਤੇ ਵੀ ਟਵੀਟ ਜਾਂ ਹੋਰ ਜਗ੍ਹਾ 'ਤੇ ਨਾਮ ਨਹੀਂ ਲਿੱਤਾ ਜਾਂਦਾ। ਬੈਨ ਕੀਤਾ ਜਾਂਦਾ ਆ। ਲੋਕ ਕਈ ਸਵਾਗਤ ਵੀ ਕਰਦੇ ਆ, ਕਈ ਵਿਰੋਧ 'ਚ ਵੀ ਹੁੰਦੇ ਨੇ। ਪਰ ਉੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਕਿ ਰਵੀ ਸ਼ੰਕਰ ਪ੍ਰਸਾਦ ਵੱਲੋਂ ਜਦ ਇਹ ਆਪਣਾ ਟਵੀਟ ਕੀਤਾ ਗਿਆ, ਟਵੀਟ ਕਰਨ ਦੇ ਨਾਲ ਉਹਨਾਂ ਨੇ ਆਖਿਰ ਦੇ ਵਿੱਚ ਲਿਖਿਆ ਜੈ ਹਿੰਦ। ਲਿਖਣਾ ਜ਼ਰੂਰੀ ਵੀ ਸੀ ਕਿਉਂਕਿ ਦੇਸ਼ ਭਗਤੀ ਜਤਾਉਣੀ ਸੀ, ਰਾਸ਼ਟਰਵਾਦ ਜਤਾਉਣਾ ਸੀ, ਕਿਉਂਕਿ ਚੀਨ ਨੇ ਸਾਡੇ ਨਾਲ ਬੜਾ ਮਾੜਾ ਕੀਤਾ ਹੈ। ਬਾਰਡਰ ਉੱਤੇ ਚੀਨ ਨੇ ਸਾਡੇ 20 ਜਵਾਨਾਂ ਨੂੰ ਮਾਰਿਆ। ਬਾਰਡਰ ਉੱਤੇ ਚੀਨ ਨੇ ਸਾਡਾ ਨੁਕਸਾਨ ਕੀਤਾ। ਅਸੀਂ ਬਦਲਾ ਵੀ ਲੈਣਾ ਸੀ, ਅਸੀਂ ਇਸ ਨੂੰ ਬੰਦ ਵੀ ਕਰਨਾ ਸੀ। ਇਸੇ ਕਰਕੇ ਅਸੀਂ ਬੈਨ ਕਰਦੀ ਸਰ ਜੈ ਹਿੰਦ ਕਹਿ ਦਿੱਤਾ। ਬਾਰਡਰ ਉੱਤੇ ਅਸੀਂ ਚਾਹੇ ਕੋਈ ਜ਼ਿੰਮੇਵਾਰੀ ਨਾ ਲਈਏ ਵੀ ਉਹ ਅਟੈਕ ਦੀ ਜ਼ਿੰਮੇਵਾਰੀ ਜਾਂ ਉੱਥੇ ਜੋ ਚੀਨ ਨੇ ਜਿਹੜਾ ਸਾਨੂੰ ਡੈਮੇਜ ਕੀਤਾ ਉਹਦੀ ਜ਼ਿੰਮੇਵਾਰੀ ਨਾ ਲਈਏ, ਕੋਈ ਉਪਚਾਰਕ ਬਿਆਨ ਨਾ ਦਈਏ, ਪਰ ਅਸੀਂ ਇਹ ਐਪ ਨੂੰ ਬੰਦ ਕਰਨ ਦਾ ਆਪਣਾ ਓਫੀਸ਼ੀਅਲ ਬਿਆਨ ਦਿੱਤਾ, ਟਵੀਟ ਕੀਤਾ ਅਤੇ ਜੈ ਹਿੰਦ ਵੀ ਕੀਤਾ, ਬਦਲਾ ਲੱਤਾ ਇਸ ਤਰੀਕੇ ਨਾਲ। ਪਰ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਸਵਾਦ ਆਉਂਦਾ ਜੇ ਅਸੀਂ ਸਿੱਧੇ ਤੌਰ 'ਤੇ ਇਹ ਗੱਲ ਕਹਿੰਦੇ ਕਿ ਚਾਈਨਾ ਨੇ ਸਾਡੇ ਨਾਲ ਮਾੜਾ ਕੀਤਾ ਹੈ, ਇਸ ਕਰਕੇ ਅਸੀਂ ਚਾਈਨੀਜ਼ ਐਪ ਨੂੰ ਬੰਦ ਕਰ ਰਹੇ ਹਾਂ, ਡਿਲੀਟ ਕਰ ਰਹੇ ਹਾਂ। ਪਰ ਇਸ ਦੇ ਵਿੱਚ ਸੱਚ ਕੁਛ ਹੋ ਰਹੀ ਆ। ਸੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਸਾਡੇ ਦੇਸ਼ ਲਈ ਖਤਰਾ ਹੈ। ਸਾਡੇ ਦੇਸ਼ ਦੇ ਲੋਕਾਂ ਦਾ ਜਿਹੜਾ ਡਾਟਾ ਆ, ਨਾਗਰਿਕਾਂ ਦਾ ਡਾਟਾ ਹੈ, ਉਹ ਚੋਰੀ ਹੋ ਸਕਦਾ ਆ। ਸਾਡੀ ਏਕਤਾ ਨੂੰ ਖਤਰਾ, ਸਾਡੀ ਪ੍ਰਭੂਸੱਤਾ ਨੂੰ ਖਤਰਾ ਹੈ। ਬਹੁਤ ਸਾਰੀਆਂ ਗੱਲਾਂ ਹੋਰ ਕਹਿ ਕੇ ਇਸ ਨੂੰ ਜਿਹੜਾ ਬੈਨ ਕਰ ਦਿੱਤਾ ਗਿਆ, ਇਸ ਨੂੰ ਬੰਦ ਕਰ ਦਿੱਤਾ ਗਿਆ ਆ। IT ਐਕਟ 69A ਦੇ ਤਹਿਤ ਇਹ ਫੈਸਲਾ ਲਿੱਤਾ ਗਿਆ ਹੈ ਅਤੇ ਇਹ ਐਪ ਨੂੰ ਬੈਨ ਕਰ ਦਿੱਤਾ ਗਿਆ ਹੈ। ਜਿਹੜੀਆਂ 59 ਐਪ ਬੈਨ ਕੀਤੀਆਂ ਗਈਆਂ ਨੇ, ਉੱਥੇ ਉਹਨਾਂ ਵਿੱਚੋਂ ਇੱਕ ਵੀਵੋ ਨਾਂ ਦੀ ਸੋਸ਼ਲ ਮੀਡੀਆ ਐਪ ਹੈ, ਜਿਹੜੀ ਚਾਈਨੀਜ਼ ਐਪ ਆ, ਜਿੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵੀ ਓਫੀਸ਼ੀਅਲ ਅਕਾਊਂਟ ਹੈ, ਵੈਰੀਫਾਈਡ ਅਕਾਊਂਟ ਹੈ, ਜਿੱਥੇ 2 ਲੱਖ ਕੁਛ ਹਜ਼ਾਰ ਜਿਹੜੇ ਉਹਨਾਂ ਦੇ ਫੋਲੋਵਰਸ ਵੀ ਨੇ, ਜਿਹੜੇ ਕਿ ਖੁਦ ਚਾਈਨੀਜ਼ ਐਪ ਦਾ ਇਸਤੇਮਾਲ ਕਰ ਰਹੇ ਸੀ। ਉੱਥੇ ਤੁਹਾਨੂੰ ਜਾਣ ਕੇ ਇਹ ਵੱਡੀ ਹੈਰਾਨੀ ਹੋਵੇਗੀ ਕਿ ਦੇਸ਼ ਦੇ ਵਿੱਚ ਕਰੀਬਨ ਯੂਜ਼ਰ ਨੇ ਸਮਾਰਟਫੋਨ ਦੇ 50 ਕਰੋੜ ਨੇ, ਜਿਨ੍ਹਾਂ ਵਿੱਚੋਂ 30 ਕਰੋੜ ਦੇ ਕਰੀਬ ਜਿਹੜੇ ਯੂਜ਼ਰ ਨੇ ਉਹ ਇਹਨਾਂ 59 ਐਪ 'ਚੋਂ ਕੋਈ ਨਾ ਕੋਈ ਐਪ ਯੂਜ਼ ਕਰਦੇ ਨੇ। ਹਾਲਾਂਕਿ ਟਿਕਟੌਕ ਹੀ ਇਹ ਦਾਅਵਾ ਕਰ ਰਿਹਾ ਕਿ 30 ਕਰੋੜ ਉਹਨਾਂ ਦੇ ਹੀ ਜਿਹੜੇ ਯੂਜ਼ਰ ਨੇ ਭਾਰਤ ਦੇ ਵਿੱਚ। ਟਿਕਟੌਕ ਦੇ ਜਿਹੜੇ ਨਿਖਿਲ ਗਾਂਧੀ ਨਾਂ ਦੇ ਜਿਹੜੇ ਇੱਥੇ ਹੈੱਡ ਨੇ ਇੰਡੀਆ ਦੇ, ਉਹਨਾਂ ਨੇ ਆਖਿਆ ਹੈ ਕਿ ਅਸੀਂ ਸਨਮਾਨ ਕਰਦੇ ਹਾਂ ਇਸ ਫੈਸਲੇ ਦਾ, ਪਰ ਇਸ ਫੈਸਲੇ ਨੂੰ ਲੈ ਕੇ ਅਸੀਂ ਭਾਰਤ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ ਇਸ ਉੱਤੇ ਮੁੜ ਵਿਚਾਰ ਕਰੇ, ਕਿਉਂਕਿ ਇਸ ਟਿਕਟੌਕ ਵਰਗੀ ਕੰਪਨੀ ਕੋਈ ਵੀ ਡਾਟਾ ਕਿਸੇ ਵੀ ਕੰਟਰੀ ਨੂੰ ਨਹੀਂ ਦਿੰਦੀ, ਇੱਥੋਂ ਤੱਕ ਕਿ ਚਾਈਨਾ ਨੂੰ ਵੀ ਨਹੀਂ ਦਿੰਦੀ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਅਸੀਂ ਕੋਵਿਡ ਦੇ ਦੌਰਾਨ PM ਕੇਅਰ ਦੇ ਵਿੱਚ 30 ਕਰੋੜ ਦੇ ਕਰੀਬ ਪੈਸੇ ਜਿਹੜੇ ਦਿੱਤੇ ਨੇ, ਹੈਲਪ ਕੀਤੀ ਆ, ਅਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਆ ਕਿ ਜਿਹੜੇ ਟਿਕਟੌਕ ਦੇ ਇੱਥੇ ਦੇ ਹੈੱਡ ਨੇ ਇੰਡੀਆ ਦੇ, ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਡਾਟਾ ਚਾਈਨੀਜ਼ ਨੂੰ ਨਹੀਂ ਦਿੰਦੇ ਜਾਂ ਕਿਸੇ ਸਰਕਾਰ ਨੂੰ ਨਹੀਂ ਦਿੰਦੇ, ਚਾਹੇ ਕੁਝ ਵੀ ਹੋ ਜਾਵੇ। ਕੀ ਸੱਚ ਹੈ? ਉੱਥੇ ਤੁਹਾਨੂੰ 2017 ਦੇ ਇੱਕ ਕਾਨੂੰਨ ਦੀ ਗੱਲ ਦੱਸ ਦਿੰਦੇ ਹਾਂ ਜੋ ਕਿ ਚਾਈਨਾ ਨੇ ਪਾਸ ਕੀਤਾ ਸੀ। ਉਸ ਦੇ ਵਿੱਚ ਚਾਈਨੀਜ਼ ਸਰਕਾਰ ਨੇ ਕਾਨੂੰਨ ਦੇ ਵਿੱਚ ਕਹਿ ਦਿੱਤਾ ਸੀ ਕਿ 2017 ਤੋਂ ਬਾਅਦ ਕੋਈ ਵੀ ਕੰਪਨੀ ਦਾ ਡਾਟਾ ਚਾਈਨੀਜ਼ ਸਰਕਾਰ ਲੈ ਸਕਦੀ ਹੈ, ਜਿਹੜੀ ਚਾਈਨਾ ਦੀ ਕੰਪਨੀ ਹੋਵੇਗੀ, ਕਿਤੇ ਵੀ ਉਹਨੂੰ ਯੂਜ਼ ਕਰ ਸਕਦੀ ਹੈ, ਜੋ ਕਿ ਖਤਰਾ। ਹਾਲਾਂਕਿ ਭਾਰਤ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਅਮਰੀਕਾ ਨੇ ਸਰਕਾਰੀ ਫੋਨਾਂ ਉੱਤੇ ਟਿਕਟੌਕ ਨੂੰ ਬੈਨ ਕਰ ਦਿੱਤਾ ਸੀ, ਬੰਦ ਕੀਤਾ ਹੋਇਆ ਹੈ। ਭਾਰਤ ਨੇ ਵੀ ਕਈ ਐਪ ਬੰਦ ਕੀਤੀਆਂ ਨੇ। ਉੱਥੇ ਹੀ 2018 ਦੀ ਇੱਕ ਰਿਪੋਰਟ ਦੀ ਅਸੀਂ ਗੱਲ ਕਰ ਲੈਂਦੇ ਹਾਂ, ਜਿਹੜੀ ਕਿ ਸਾਈਬਰ ਕ੍ਰਾਈਮ ਨਾਲ ਜੁੜੀ ਹੋਈ। ਉਸ ਰਿਪੋਰਟ ਦੇ ਮੁਤਾਬਿਕ ਹੁਣ ਤੱਕ ਸਭ ਤੋਂ ਵੱਧ ਖਤਰਾ ਸਾਨੂੰ ਚਾਈਨਾ ਤੋਂ ਹੀ ਹੈ, ਜਿੱਥੋਂ ਸਾਈਬਰ ਅਟੈਕ ਹੁੰਦੇ ਨੇ। 35% ਜਿਹੜੇ ਸਾਡੇ 'ਤੇ ਸਾਈਬਰ ਅਟੈਕ ਹੋਏ ਨੇ ਉਹ ਚਾਈਨਾ ਨੇ ਕੀਤੇ ਆ। ਉਸ ਤੋਂ ਬਾਅਦ ਅਗਲਾ ਨਾਂ ਆਉਂਦਾ US ਦਾ। US ਵੱਲੋਂ 17% ਜਿਹੜੇ ਅਟੈਕ ਕੀਤੇ ਗਏ ਨੇ, ਰਸ਼ੀਆ ਵੱਲੋਂ 15% ਨੇ, ਪਾਕਿਸਤਾਨ ਵੱਲੋਂ 9% ਨੇ,
ਕੈਨੇਡਾ ਵੱਲੋਂ 7% ਨੇ। ਉੱਥੇ ਹੀ ਜੇ ਗੱਲ ਕਰੀਏ ਜਰਮਨੀ ਦੀ ਤਾਂ ਉਸ ਵੱਲੋਂ 5% ਜਿਹੜੇ ਅਟੈਕ ਸਾਡੇ ਉੱਤੇ ਕੀਤੇ ਗਏ ਨੇ, ਸਾਈਬਰ ਅਟੈਕ। ਸ਼ਾਇਦ ਇਸੇ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਜਿਹੜਾ ਇਹਨਾਂ ਐਪਸ ਨੂੰ ਬੈਨ ਕਰ ਦਿੱਤਾ ਹੈ। ਪਰ ਸਰਕਾਰ ਨੂੰ ਪਤਾ ਬੜਾ ਲੇਟ ਲੱਗਿਆ ਕਿ ਸਾਡੇ ਲਈ ਖਤਰਾ ਹੈ। ਰਾਸ਼ਟਰਵਾਦੀ ਭਾਵਨਾ ਵੀ ਬੜੀ ਲੇਟ ਜਾਗੀ, ਕਿਉਂਕਿ ਜੇ ਅਸੀਂ 17 ਮਾਰਚ 2020 ਦੀ ਗੱਲ ਕਰ ਲਈਏ ਤਾਂ ਇੱਕ BJP ਦੇ ਸੰਸਦ ਵੱਲੋਂ ਹੀ ਆਪਣੀ ਸਰਕਾਰ ਨੂੰ ਹੀ ਪੁੱਛਿਆ ਗਿਆ ਸੀ ਕਿ ਅਜਿਹੀਆਂ ਐਪ ਕੀ ਸਾਡੇ ਲਈ ਖਤਰਾ ਹੈ, ਤਾਂ ਸਾਡੇ IT ਮੰਤਰੀ ਨੇ ਇਸ ਗੱਲ ਨੂੰ ਇਨਕਾਰ ਕਰਦੇ ਆਖ ਦਿੱਤਾ ਸੀ ਕਿ ਅਜਿਹਾ ਕੋਈ ਖਤਰਾ ਨਹੀਂ ਹੈ। ਪਰ ਠੀਕ 29 ਜੂਨ ਨੂੰ ਇਹ ਸਾਡੇ ਲਈ ਖਤਰਾ ਬਣ ਜਾਂਦੀ ਆ। ਜਾਂ ਤਾਂ ਸਾਡੇ ਦੇਸ਼ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ IT ਮੰਤਰੀ ਨੂੰ ਕਿ ਇਹ ਸਾਡੇ ਲਈ ਖਤਰਾ ਸੀ, ਜਾਂ ਫਿਰ ਉਹ ਇਸ ਗੱਲ ਤੋਂ ਅਣਜਾਣ ਸਨ। ਹੁਣ ਅਣਜਾਣ ਉਹ ਇੱਕ ਹੋਰ ਗੱਲ ਤੋਂ ਵੀ ਨੇ। ਜੇ ਤੁਹਾਨੂੰ ਚਾਈਨਾ ਦੀ ਡੀਲ ਦੀ ਗੱਲ ਆਖੀਏ ਕਿ ਚਾਈਨੇ ਦੀ ਹੁਆਵੇ ਇੱਕ ਕੰਪਨੀ ਹੈ ਜਿਹੜੀ 5G ਨੈਟਵਰਕ ਸਾਨੂੰ ਦੇ ਰਹੀ ਹੈ, ਜਿਹਦੇ ਨਾਲ ਅਸੀਂ ਕੰਟਰੈਕਟ ਕੀਤਾ ਹੈ। ਹਾਲਾਂਕਿ ਉਸ ਨੂੰ ਲੈ ਕੇ ਰਾਸ਼ਟਰ ਲਈ ਖਤਰਾ ਘੋਸ਼ਿਤ ਕਰਦੇ ਹੋਏ ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਤੇ ਹੋਰ ਵੀ ਕੰਟਰੀਆਂ ਨੇ ਉਸ ਨੂੰ ਬੈਨ ਕੀਤਾ, ਪਰ ਸਾਡੇ ਦੇਸ਼ ਨੇ ਉਸ ਨਾਲ ਸਮਝੌਤਾ ਕੀਤਾ। ਹਜੇ ਵੀ ਸਾਡੇ IT ਮੰਤਰੀ ਰਵੀ ਸ਼ੰਕਰ ਇਹ ਕਲੀਅਰ ਕਰ ਦੇਣ ਕਿ ਵਾਕਈ ਇਹ ਸਾਡੇ ਲਈ ਖਤਰਾ ਹੈ, ਜਾਂ ਫਿਰ ਸਮੇਂ ਆਉਂਦੇ ਉਹ ਆਪਣਾ ਬਿਆਨ ਬਦਲਣਗੇ। ਇਹ ਇੱਕ ਵੱਡੀ ਗੱਲ ਹੈ। ਦੂਜੇ ਪਾਸੇ ਅਸੀਂ ਦੇਖੀਏ ਤਾਂ ਅਸੀਂ ਇਸ ਤਰੀਕੇ ਨਾਲ ਇਹਨਾਂ ਐਪਸ ਨੂੰ ਬੈਨ ਕਰਕੇ ਹੀ ਇਹ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਚਾਈਨਾ ਨਾਲ ਨਾਰਾਜ਼ ਹਾਂ, ਅਸੀਂ ਇਸ ਕਰਕੇ ਕਰ ਰਹੇ ਹਾਂ। ਪਰ ਚਾਈਨੀਜ਼ ਐਪ ਜਾਂ ਜਿਹੜੇ ਇਨਵੈਸਟਰ ਨੇ, ਇੰਟਰਨੈਸ਼ਨਲ ਇਨਵੈਸਟਰ ਨੇ, ਉਹਨਾਂ ਦੇ ਮਾਧਿਅਮ ਰਾਹੀਂ ਚਾਈਨਾ ਦੇ ਵਿਦੇਸ਼ ਮੰਤਰਾਲੇ ਨੇ ਆ ਗੱਲ ਆਖੀ ਹੈ ਕਿ ਭਾਰਤ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਇੰਟਰਨੈਸ਼ਨਲ ਇਨਵੈਸਟਰ ਦਾ ਧਿਆਨ ਰੱਖਣਾ ਚਾਹੀਦਾ ਸੀ। ਕਿ ਹੁਣ ਜਿਹੜੇ ਭਾਰਤੀ ਇਨਵੈਸਟਰ ਨੇ ਉਹ ਵੀ ਆਪਣਾ ਹਿੱਸਾ ਚਾਈਨੀਜ਼ ਕੰਪਨੀਆਂ 'ਚੋਂ ਵਾਪਸ ਲੈਣਗੇ? ਕਿ ਚਾਈਨਾ ਸਾਡੇ ਨਾਲ ਵਪਾਰ ਬੰਦ ਕਰੇਗਾ? ਕਿਉਂਕਿ ਬਹੁਤ ਸਾਰੇ ਸਾਡੇ ਵਪਾਰੀਆਂ ਵੱਲੋਂ ਚਾਈਨਾ ਤੋਂ ਮਾਲ ਮੰਗਾਉਣ ਦੇ ਆਰਡਰ ਦਿੱਤੇ ਗਏ ਨੇ। ਹਾਲਾਂਕਿ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ, ਇੰਨੇ ਘਾਟੇ ਚੱਲਣੇ ਚਾਹੀਦੇ ਨੇ। ਅਸੀਂ ਨੋਟਬੰਦੀ, ਤਾਲਾਬੰਦੀ 'ਚ ਬਥੇਰੇ ਘਾਟੇ ਚੱਲੇ ਨੇ, ਸੋ ਇਹ ਵੀ ਚੱਲ ਲੈਣੇ ਚਾਹੀਦੇ ਨੇ। ਅਸੀਂ ਰਾਸ਼ਟਰਵਾਦ ਦਾ ਨਾਅਰਾ ਲਾਉਣਾ ਹੈ। ਰਾਸ਼ਟਰਵਾਦੀ ਸਾਨੂੰ ਹੋਣਾ ਵੀ ਚਾਹੀਦਾ, ਪਰ ਉੱਥੇ ਹੋਣਾ ਚਾਹੀਦਾ ਜਿੱਥੇ ਗੱਲ ਸਹੀ ਹੋਵੇ। ਬਾਰਡਰ 'ਤੇ ਅਸੀਂ ਇਸ ਸਮੇਂ ਕੁਝ ਵੀ ਨਹੀਂ ਕਰ ਰਹੇ, ਕੇਵਲ ਮੋਬਾਈਲ 'ਚੋਂ ਐਪ ਡਿਲੀਟ ਕਰਕੇ ਹੀ ਅਸੀਂ ਆਪਣੇ ਬਦਲੇ ਲੈ ਰਹੇ ਹਾਂ। ਚਲੋ ਕੋਈ ਸ਼ੁਰੂਆਤ ਤਾਂ ਕੀਤੀ, ਕਿਸੇ ਵੀ ਤਰੀਕੇ ਨਾਲ ਕੀਤੀ ਹੈ। ਹੋ ਸਕਦਾ ਨਵਾਂ ਭਾਰਤ ਅਸੀਂ ਸਿਰਜ ਰਹੇ ਹੋਈਏ, ਪਰ ਕੀ ਇਹ ਜਿਹੜੀ ਰੋਕ ਲਾਈ ਗਈ ਹੈ ਪੂਰੀ ਤਰ੍ਹਾਂ ਕਾਰਗਰ ਹੈ? ਕੀ ਇਹ ਤਰੀਕੇ ਨਾਲ ਅਸੀਂ ਐਪ ਬੰਦ ਕਰ ਦਾਂਗੇ? ਜਿਹੜੇ IT ਐਕਸਪਰਟ ਨੇ ਜਾਂ ਸਾਈਬਰ ਐਕਸਪਰਟ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਬੰਦ ਕਰਨ ਦੇ 3 ਆਸਾਨ ਤਰੀਕੇ ਇਹ ਨੇ ਕਿ ਪਹਿਲਾਂ ਜਿਹੜੇ ਇਹ ਐਪ ਜਿਹੜੇ ਸਟੋਰਾਂ 'ਤੇ ਅਵੇਲੇਬਲ ਆ ਉਹਨਾਂ ਨੂੰ ਪੂਰੀ ਤਰ੍ਹਾਂ ਭਾਰਤ ਸਰਕਾਰ ਨੋਟਿਸ ਦੇਵੇ, ਜਿਵੇਂ ਕਿ ਦਿੱਤਾ ਵੀ ਗਿਆ ਆ ਗੂਗਲ ਪਲੇ ਸਟੋਰ ਜਾਣੀ ਕਿ ਐਂਡਰਾਇਡ ਸਟੋਰ ਦੇ ਉੱਤੋਂ, ਐਂਡਰਾਇਡ ਪਲੇਟਫਾਰਮ ਤੇ ISO ਪਲੇਟਫਾਰਮ ਉੱਤੇ ਇਸ ਨੂੰ ਬੈਨ ਕਰ ਦਿੱਤਾ ਗਿਆ। ਚੰਗਾ ਕਦਮ ਸੀ। ਪਰ ਜਿਹੜੇ ਲੋਕਾਂ ਦੇ ਮੋਬਾਈਲ ਦੇ ਵਿੱਚ ਇਸ ਸਮੇਂ ਐਪ ਮੌਜੂਦ ਹੈ, ਕੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਡਿਲੀਟ ਕਰ? ਨਹੀਂ, ਅਜਿਹਾ ਕੋਈ ਵੀ ਆਰਡਰ ਨਹੀਂ ਦਿੱਤਾ ਗਿਆ, ਤੇ ਉਹ ਐਪ ਨੂੰ ਉਸੇ ਤਰ੍ਹਾਂ ਇਸਤੇਮਾਲ ਕਰ ਰਹੇ ਨੇ। ਚਾਹੇ ਉਹ UC ਬਰਾਊਜ਼ਰ ਹੋਵੇ, ਚਾਹੇ ਉਹ TikTok ਹੋਵੇ, ਚਾਹੇ ਉਹ ਸ਼ੇਅਰਇਟ ਹੋਵੇ, ਚਾਹੇ ਹੋਰ ਵੀ ਬਹੁਤ ਸਾਰੀਆਂ 59 ਐਸੀਆਂ ਐਪ ਜਿਹੜੀਆਂ ਸਾਡੇ ਮੋਬਾਈਲ 'ਚ ਹਜੇ ਵੀ ਮੌਜੂਦ ਨੇ। ਫਿਰ ਅਸੀਂ ਕਿਸ ਤਰ੍ਹਾਂ ਇਸ 'ਤੇ ਰੋਕ ਲਾਵਾਂਗੇ? ਕੀ ਅਸੀਂ ਉਹਨਾਂ ਨੈਟਵਰਕਸ ਨੂੰ ਆਰਡਰ ਦਿੱਤੇ ਜਿਨ੍ਹਾਂ ਤੋਂ ਸਾਡੇ ਮੋਬਾਈਲ ਚੱਲਦੇ ਨੇ ਕਿ ਇਹ ਐਪ ਨੂੰ ਜੇ ਕੋਈ ਡਾਊਨਲੋਡ ਕਰਦਾ ਜਾਂ ਤੁਹਾਡੇ ਨੈਟਵਰਕ 'ਤੇ ਯੂਜ਼ ਕਰਦਾ, ਤੁਸੀਂ ਇਹ 'ਤੇ ਰੋਕ ਲਾਓ? ਨਹੀਂ, ਅਜਿਹਾ ਹਜੇ ਤੱਕ ਕੁਛ ਨਹੀਂ ਕੀਤਾ ਗਿਆ। ਫਿਰ ਇੱਕ ਹੋਰ ਵੀ ਇਹਦੇ ਵਿੱਚ ਲੂਪ ਹੋਲ ਹੈ, ਇੱਕ ਹੋਰ ਵੀ ਇਹ 'ਚ ਝੋਲ ਹੈ। ਇੱਕ VPN ਨਾਂ ਦੀ ਸਰਵਿਸ ਆ, ਜਾਣੀ ਕਿ ਵਰਚੁਅਲ ਪ੍ਰਾਈਵੇਟ ਨੈਟਵਰਕ ਹੈ ਇੱਕ, ਜਿੱਥੇ ਇਸ ਐਪ ਨੂੰ ਜਾਂ ਹੋਰ ਐਸੀਆਂ ਪੌਰਨ ਸਾਈਟ ਜੋ ਬੈਨ ਨੇ ਉਹਨਾਂ ਨੂੰ ਅਸੀਂ ਚਲਾ ਸਕਦੇ ਹਾਂ, ਦੇਖ ਸਕਦੇ ਹਾਂ, ਜਿਵੇਂ ਚਾਈਨੀਜ਼ ਲੋਕ ਵੀ ਕਰਦੇ ਨੇ। ਕਿਉਂਕਿ ਚਾਈਨਾ ਵਿੱਚ ਫੇਸਬੁੱਕ ਹੋਇਆ ਜਾਂ ਹੋਰ ਵੀ ਐਸੇ WhatsApp ਵਗੈਰਾ ਹੋਰ ਵੀ ਐਸੀਆਂ ਐਪਸ ਨੇ ਜਿਹੜੀਆਂ ਯੂਜ਼ ਹੁੰਦੀਆਂ ਨੇ, ਉਹ VPN ਦੇ ਥਰੂ ਯੂਜ਼ ਹੁੰਦੀਆਂ ਨੇ। ਫਿਰ ਅਸੀਂ ਇਸ ਉੱਤੇ ਰੋਕ ਕਿਵੇਂ ਲਾਵਾਂਗੇ? ਕਿਤੇ ਨਾ ਕਿਤੇ ਸਰਕਾਰ ਇਸ ਸਮੇਂ ਲੋਕਾਂ ਨੂੰ ਲੋਲੀਪੌਪ ਦੇ ਰਹੀ ਹੈ, ਕਿਤੇ ਨਾ ਕਿਤੇ ਸਰਕਾਰ ਇਸ ਸਮੇਂ ਲੋਕਾਂ ਨੂੰ ਸ਼ਾਂਤ ਕਰਨ ਦੇ ਵਿੱਚ ਲੱਗੀ ਹੋਈ ਹੈ। ਕਿਉਂਕਿ ਸੋਸ਼ਲ ਮੀਡੀਆ ਉੱਤੇ ਚੀਨ ਦੇ ਨਾਲ ਬਦਲਾ ਲੈਣਾ, ਬਾਈਕਾਟ ਦਾ ਨਾਅਰਾ ਲੱਗ ਰਿਹਾ ਸੀ। ਪਰ ਇਸ ਉੱਤੇ ਕੇਵਲ ਅਸੀਂ ਆਪਣੀ ਦੇਸ਼ ਦੀ ਸੁਰੱਖਿਆ ਨੂੰ, ਆਪਣੇ ਡਾਟੇ ਦੀ ਸੁਰੱਖਿਆ ਨੂੰ ਲੈ ਕੇ ਹੀ ਬਿਆਨ ਕੀਤਾ। ਜੇਕਰ ਅਸੀਂ ਚਾਈਨਾ ਨੂੰ ਸਿੱਧੇ ਤੌਰ 'ਤੇ ਕਹਿ ਕੇ ਬਿਆਨ ਕਰਦੇ ਤਾਂ ਸਵਾਦ ਕੁਝ ਹੋਰ ਸੀ। ਸੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਸੇ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ, ਅਤੇ ਮੇਰੇ ਨਾਲ ਮੌਜੂਦ ਨੇ ਇਸ ਸਮੇਂ ਸਟੂਡੀਓ ਦੇ ਵਿੱਚ ਸਾਡੇ ਨਿਊਜ਼ ਇੰਚਾਰਜ ਪਰਵੇਜ਼। ਆਓ ਚੱਲਦੇ ਹਾਂ, ਪਰਵੇਜ਼ ਨਾਲ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਉਹ ਇਹ ਸਾਰੇ ਮੁੱਦੇ ਦੇ ਉੱਤੇ, ਕਿ ਵਾਕਈ ਹੀ ਇਹ ਸੱਚ ਹੈ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। ਸੋ ਪਰਵੇਜ਼ ਇਸ ਸਮੇਂ ਸਾਡਾ ਮੌਜੂਦ ਨੇ। ਪਰਵੇਜ਼, ਬਹੁਤ ਬਹੁਤ ਤੁਹਾਡਾ ਸਵਾਗਤ।
ਬਹੁਤ ਬਹੁਤ ਧੰਨਵਾਦ ਜੀ। ਪਰਵੇਜ਼, ਅੱਜ ਆਪਾਂ ਗੱਲ ਕਰ ਰਹੇ ਹਾਂ ਟਿਕਟੌਕ ਜਾਂ ਹੋਰ ਐਸੀਆਂ ਚਾਈਨੀਜ਼ ਐਪ ਜਿਹੜੀਆਂ ਬੈਨ ਕੀਤੀਆਂ ਗਈਆਂ। ਹਾਲਾਂਕਿ ਸਰਕਾਰ ਨੇ ਜਿਹੜਾ ਚਾਈਨਾ ਜਾਂ ਚਾਈਨੀਜ਼ ਐਪ ਦਾ ਨਾਂ ਨਹੀਂ ਲਿਆ, ਕੇਵਲ ਐਪ ਬੈਨ ਕਰਨ ਦੀ ਗੱਲ ਆਖੀ। ਉਹਦੇ ਸੱਚ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਵਾਕਈ ਲੱਗਦਾ ਹੈ ਕਿ ਇਹ ਐਪ ਜਿਹੜੀਆਂ ਬੰਦ ਰਹਿਣਗੀਆਂ ਜਾਂ ਫਿਰ ਇਹ ਇੱਕ ਲੋਲੀਪੌਪ ਦਿੱਤਾ ਗਿਆ ਲੋਕਾਂ ਨੂੰ? ਜੇਕਰ ਆਪਾਂ ਸਾਫ਼ ਸਪਸ਼ਟ ਸ਼ਬਦਾਂ 'ਚ ਇਹ ਗੱਲ ਕਰੀਏ ਬਿਆਨ, ਤਾਂ ਇੱਕ ਹਿਸਾਬ ਦਾ ਲੋਲੀਪੌਪ ਦਿੱਤਾ ਗਿਆ ਆਮ ਜਨਤਾ ਨੂੰ। ਕਿਉਂਕਿ ਸਾਡੇ ਜਦੋਂ ਸ਼ਹੀਦਾਂ ਦੇ ਉੱਤੇ, ਜੋ ਸਾਡੇ ਸੂਰਵੀਰ ਸ਼ਹੀਦ ਹੋਏ ਆ, ਉਹਨਾਂ ਉੱਤੇ ਹਮਲਾ ਹੁੰਦਾ ਹੈ ਤਾਂ ਲੋਕ ਇਹ ਕਹਿ ਰਹੇ ਸੀ ਕਿ ਚੀਨ ਦਾ ਬਦਲਾ ਲਿਆ ਜਾਵੇ। ਤਾਂ ਬਹੁਤ ਸੁਖਾਲਾ ਬਦਲਾ ਲੈ ਲਿਆ ਗਵਰਨਮੈਂਟ ਨੇ ਇੱਕ ਹਿਸਾਬ ਦਾ, ਕਿ ਉਹਨਾਂ ਨੇ ਬਹੁਤ ਸੌਖੇ ਦੇ ਵਿੱਚ ਚੀਨੀਆਂ ਨੂੰ ਇੱਕ ਲੋਲੀਪੌਪ ਦਿੱਤੀ ਜਨਤਾ ਨੂੰ, ਤੇ ਚੀਨੀਆਂ ਤੋਂ ਬਦਲਾ ਲੈ ਲਿਆ ਉਹਨਾਂ ਦੇ ਜੋ 59 ਐਪਸ ਨੇ ਉਹ ਬੰਦ ਕਰਕੇ। ਤਾਂ ਇਹ ਜਸਪ੍ਰੀਤ ਜੀ, ਹਰ ਇੱਕ ਬੰਦੇ ਨੂੰ ਪਤਾ ਹੈ ਕਿ ਜੋ ਐਪ ਨੇ ਇਹ ਚੱਲਦੇ, ਇਹ ਐਪ ਤੋਂ ਚਾਈਨਾ ਨੂੰ ਕਮਾਈ ਹੁੰਦੀ ਹੈ, ਇਨਕਮ ਚਾਈਨਾ ਕੋਲੇ ਜਾਂਦੀ ਹੈ। ਤਾਂ ਗਵਰਨਮੈਂਟ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ COVID-19 PM ਕੇਅਰ ਫੰਡਸ ਦੇ ਵਿੱਚ, ਤਾਂ 30 ਕਰੋੜ ਰੁਪਈਆ ਟਿਕਟੌਕ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਇੱਥੇ ਇਹ ਸਵਾਲ ਖੜਾ ਹੁੰਦਾ ਕਿ 30 ਕਰੋੜ ਰੁਪਈਆ ਟਿਕਟੌਕ ਦੇ ਦਿੰਦਾ, ਫਿਰ ਵੀ ਉਹ ਐਪ ਬੰਦ ਹੋ ਜਾਂਦਾ। ਤਾਂ ਇਹਦੇ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਜਾਂ ਵੱਡਾ ਜੋ ਦਿਮਾਗ ਲੱਗਿਆ। ਤਾਂ ਮੈਨੂੰ ਨਹੀਂ ਲੱਗਦਾ ਕਿ ਟਿਕਟੌਕ ਵਰਗੇ ਜਾਂ ਬਾਕੀ ਐਪਸ ਨੇ ਉਹ ਬੰਦ ਹੋਣਗੇ, ਕਿ ਗਵਰਨਮੈਂਟ ਸਿਰਫ ਇੱਕ ਮਿੱਠਾ ਜੋ ਨਹੀਂ, ਤੁਸੀਂ ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਚਾਈਨਾ ਤੋਂ ਬਦਲਾ ਲੈਣ ਦੀ ਜੇ ਗੱਲ ਵੀ ਆਪਾਂ ਆਖੀਏ, ਪਰ ਇਸ ਦੇ ਵਿੱਚ ਜੋ ਹਵਾਲਾ ਦਿੱਤਾ ਗਿਆ ਆ ਉਹ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਜਾਂ ਸਾਡੇ ਪਰਸਨਲ ਡਾਟੇ ਨੂੰ ਚੋਰੀ ਹੋਣ ਜਾਂ ਸਾਈਬਰ ਅਟੈਕ ਜਾਂ ਸਾਡੀ ਏਕਤਾ ਪ੍ਰਭੂਸੱਤਾ, ਹਰ ਇੱਕ ਚੀਜ਼ ਨੂੰ ਲੈ ਕੇ ਜਿਹੜਾ ਦਾਅਵਾ ਕੀਤਾ ਗਿਆ ਆ ਵੀ ਇਹਦੇ ਖਤਰਾ ਸੀ, ਇਸ ਕਰਕੇ ਅਸੀਂ ਜਿਹੜੀ ਇਹ ਐਪ ਨੂੰ ਬੰਦ ਕੀਤਾ ਆ। ਪਰ ਇੱਥੇ ਕਿਤੇ ਵੀ ਸਿੱਧੇ ਤੌਰ 'ਤੇ ਨਹੀਂ ਕਿਹਾ ਗਿਆ। ਤੇ ਤੁਹਾਨੂੰ ਲੱਗਦਾ ਵੀ ਜੇ ਸਿੱਧੇ ਤੌਰ 'ਤੇ ਗੱਲ ਕਹੀ ਜਾਂਦੀ ਕਿ ਅਸੀਂ ਬਾਈਕਾਟ ਚਾਈਨਾ ਦੀ ਮੁਹਿੰਮ ਤਹਿਤ ਇਹ ਐਪ ਨੂੰ ਬਾਈਕਾਟ ਕਰ ਰਹੇ ਹਾਂ, ਜੋ ਕਿ ਪਹਿਲਾਂ ਲੋਕਾਂ ਦੇ ਵਿੱਚ ਮੁਹਿੰਮ ਚੱਲੀ ਸੀ, ਰੌਲਾ ਪਿਆ ਸੀ, ਤਾਂ ਜ਼ਿਆਦਾ ਜਿਹੜੀ ਕਾਰਗਰ ਗੱਲ ਹੁੰਦੀ ਤੇ ਲੋਕਾਂ 'ਚ ਸਟਰੋਂਗ ਮੈਸੇਜ ਵੀ ਜਾਂਦਾ? ਜਸਪ੍ਰੀਤ ਜੀ, ਆਮ ਲੋਕਾਂ ਤੱਕ ਤਾਂ ਇਹੀ ਸੁਨੇਹਾ ਪਹੁੰਚਾਇਆ ਜਾ ਰਿਹਾ ਕਿ ਅਸੀਂ ਚਾਈਨਾ ਦਾ ਬਾਈਕਾਟ ਕੀਤਾ, ਜਿਸ 'ਤੇ ਬਾਈਕਾਟ ਦੇ ਚੱਲਦੇ ਹਾਂ ਅਸੀਂ ਇਹ ਸਾਰੇ ਐਪ ਨੇ ਬੰਦ ਕੀਤੇ। ਤੁਸੀਂ ਦੇਖਿਆ ਹੋਣਾ ਕਿ ਇੱਕ ਸੋਸ਼ਲ ਮੀਡੀਆ 'ਤੇ ਮੁਹਿੰਮ ਚੱਲੀ ਸੀ, ਇੱਕ ਪੋਸਟਰ ਜਾਰੀ ਹੋਇਆ ਸੀ ਜਿਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਚਾਈਨਾ ਦਾ ਬਾਈਕਾਟ ਕਰਨ ਲਈ ਇਹ ਐਪ ਨੇ ਜੋ ਅਸੀਂ ਬੰਦ ਕਰ ਰਹੇ ਹਾਂ। ਥੋੜੇ ਦਿਨ ਪਹਿਲਾਂ ਆਪਾਂ ਡਿਸਕਸ਼ਨ ਵੀ ਇਸੇ ਉਹ ਮੁੱਦੇ ਤੇ ਕੀਤੀ ਸੀ ਜ਼ਰੂਰ, ਤਾਂ ਲੋਕਾਂ ਦੇ ਵਿੱਚ ਉਹ ਗੱਲ ਪਹਿਲਾਂ ਘੁੰਮ ਗਈ ਸੀ ਕਿ ਚਾਈਨਾ ਦੇ ਐਪ ਨੇ ਜੋ ਬੰਦ ਹੋ ਰਿਹਾ ਕਿਉਂਕਿ ਇਹ ਚਾਈਨਾ ਦੇ ਐਪ ਨੇ ਤੇ ਅਸੀਂ ਇੰਡੀਆ ਇਹਨਾਂ ਦਾ ਬਾਈਕਾਟ ਕਰ ਰਹੇ ਹਾਂ। ਤੇ ਉਹ ਸਟੇਟਮੈਂਟ ਤੇ NIC ਦਾ ਬਿਆਨ ਆ ਜਾਂਦਾ ਹੈ ਕਿ ਸਾਡੇ ਵੱਲੋਂ ਇੱਦਾਂ ਦੀ ਕੋਈ ਵੀ ਸਟੇਟਮੈਂਟ ਜਾਂ ਇੱਦਾਂ ਦਾ ਕੋਈ ਵੀ ਲੈਟਰ ਪਬਲਿਸ਼ ਨਹੀਂ ਕੀਤਾ ਗਿਆ। ਤੇ ਥੋੜੇ ਦਿਨਾਂ ਬਾਅਦ ਹੀ ਇਹ ਸਟੇਟਮੈਂਟ ਆ ਜਾਂਦੀ ਹੈ ਕਿ ਐਪ ਹੈ ਜੋ ਟਿਕਟੌਕ ਵਰਗੀ ਤੇ ਬਾਕੀ ਐਪਸ ਨੇ ਉਹ ਬੰਦ ਹੋ ਜਾਂਦੀਆਂ ਨੇ। ਜੋ ਅਫੀਸ਼ੀਅਲ ਤੌਰ ਤੇ ਆਉਂਦਾ ਉਹਦੇ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਹੁੰਦਾ ਕਿ ਚਾਈਨਾ ਦਾ ਅਸੀਂ ਬਾਈਕਾਟ ਕਰਦੇ ਹੋਏ ਇਹ ਐਪਸ ਨੇ ਬੰਦ ਕਰ ਰਹੇ ਹਾਂ। ਸਿਰਫ ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਹੁੰਦਾ ਕਿ ਸਿਕਿਉਰਿਟੀ ਦੇ ਪਰਪਸ ਨੂੰ ਲੈ ਕੇ ਤੇ ਬਾਕੀ ਖਤਰਿਆਂ ਨੂੰ ਲੈ ਕੇ ਸਾਡੇ ਇੰਡੀਆ ਨੂੰ ਇਹ ਐਪਸ ਤੋਂ ਖਤਰਾ ਹੈ, ਤਾਂ ਕਰਕੇ ਇਹ ਅਸੀਂ ਐਪ ਨੇ ਜੋ ਬੈਨ ਕੀਤਾ। ਚਾਈਨਾ ਜਾਂ ਚਾਈਨੀਜ਼ ਪ੍ਰੋਡਕਟ ਦਾ ਨਾਮ ਵੀ ਨਹੀਂ ਵਰਤਿਆ ਗਿਆ, ਕੇਵਲ ਉਹ ਐਪ ਨੇ ਇਹ। ਉਹ ਤਾਂ ਪਹਿਲਾਂ ਹੀ ਨਾਮ ਘੁੰਮ ਗਿਆ ਨਾ, ਜਦੋਂ ਪਹਿਲਾਂ ਵਾਲਾ ਲੈਟਰ ਆ ਗਿਆ ਬਾਕੀ ਜਨਤਾ ਦੇ ਵਿੱਚ ਆ ਗਿਆ। ਆਪਾਂ ਉਦਣ ਵੀ ਇਹੀ ਗੱਲ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਸਾਜ਼ਿਸ਼ ਹੈ ਸਰਕਾਰਾਂ ਦੀ ਕਿ ਪਹਿਲਾਂ ਉਹ ਲੈਟਰ ਹੋ ਸਕਦਾ ਕਿ ਉਹਨਾਂ ਨੇ ਆਪ ਹੀ ਜਨਤਾ ਦੇ ਵਿੱਚ ਦਿੱਤਾ ਹੋਵੇ ਕਿ ਇਹ ਮੁਹਿੰਮ ਆ ਜੀ, ਲੋਕਾਂ ਦੇ ਵਿੱਚ ਇਹ ਨਾਮ ਡੰਕਾ ਵੱਜ ਜੇ ਕਿ ਸਰਕਾਰ ਦੇ ਵੱਲੋਂ ਚਾਈਨਾ ਦਾ ਬਾਈਕਾਟ ਕਰਕੇ ਇਹ ਐਪ ਨੇ ਜੋ ਬੰਦ ਕਰ ਦਿੱਤੇ ਗਏ ਹੈ। ਪਰ ਉਦੋਂ ਸਟੇਟਮੈਂਟ ਥੋੜੇ ਜਿਹੇ ਦਿਨਾਂ ਬਾਅਦ, 25 ਤਰੀਕ ਦੀ ਗੱਲ ਹੈ ਇਹ, ਤੇ ਥੋੜੇ ਦਿਨਾਂ ਬਾਅਦ ਇਹ ਸਟੇਟਮੈਂਟ ਆ ਜਾਂਦੀ ਹੈ ਕਿ ਇਹ ਅਫੀਸ਼ੀਅਲ ਲੈਟਰ ਅਸੀਂ ਨਹੀਂ ਦਿੱਤਾ। ਤੇ ਜੇਕਰ ਆਪਾਂ ਗੱਲ ਕਰੀਏ 29 ਤਰੀਕ ਦੀ, ਤਾਂ 29 ਤਰੀਕ ਨੂੰ ਇਹ ਬਿਆਨ ਹੋ ਜਾਂਦਾ ਹੈ, ਬਿਆਨ ਆ ਜਾਂਦਾ ਸਾਹਮਣੇ ਕਿ ਚਾਈਨਾ ਜੋ ਇਹ 59 ਐਪਸ ਨੇ ਉਹ ਬੰਦ ਹੋ ਜਾਂਦੇ ਆ। ਲੋਕਾਂ ਕੋਲੇ ਪਹਿਲਾਂ ਉਹ ਸੁਨੇਹਾ ਪਹੁੰਚਾਇਆ ਜਾਂਦਾ ਕਿ ਅਸੀਂ ਬਾਈਕਾਟ ਕਰ ਰਹੇ ਹਾਂ, ਸ਼ਿਫਟਾਂ 'ਚ ਸੁਨੇਹੇ ਦਿੱਤੇ ਗਏ ਨੇ, ਸ਼ਿਫਟਾਂ 'ਚ ਸੁਨੇਹੇ ਦਿੱਤੇ ਗਏ ਆ ਤੇ ਉਹ ਫੇਕ ਸੁਨੇਹੇ ਭੇਜੇ ਗਏ ਆ ਕਿ ਲੋਕਾਂ ਤੱਕ ਗੱਲ ਪੁੱਜ ਜੇ। ਤੇ ਥੋੜੇ ਦਿਨਾਂ ਬਾਅਦ ਅਸੀਂ ਜੋ ਅਫੀਸ਼ੀਅਲ ਤੌਰ ਤੇ ਚਾਈਨਾ ਦਾ ਨਾਮ ਨਹੀਂ ਦਿਖਾਂਗੇ ਕਿ ਅਸੀਂ ਬਾਈਕਾਟ ਕਰ ਰਹੇ ਹਾਂ, ਪਰ ਇਹ ਹਵਾਲਾ ਦੇ ਦਾਂਗੇ ਕਿ ਸਿਕਿਉਰਿਟੀ ਦੇ ਪਰਪਸ ਨੂੰ ਲੈ ਕੇ ਇਹ ਐਪਸ ਅਸੀਂ, ਮਤਲਬ ਬਾਰਡਰ ਤੇ ਅਸੀਂ ਜੇ ਕੋਈ ਕਾਰਵਾਈ ਨਹੀਂ ਕਰ ਸਕੇ, ਬਦਲ ਨਹੀਂ ਸਕੇ, ਤੇ ਮੋਬਾਈਲ ਦੇ ਵਿੱਚੋਂ ਐਪ ਡਿਲੀਟ ਕਰਕੇ ਹੀ ਅਸੀਂ ਆਪਣੀਆਂ ਕਾਰਵਾਈਆਂ ਕਰ ਲਈਏ ਜਾਂ ਰਾਸ਼ਟਰਵਾਦ ਦਿਖਾ ਦਈਏ, ਬਦਲੇ ਲੈ ਲਈਏ। ਜਸਪ੍ਰੀਤ ਜੀ, ਰਾਸ਼ਟਰਵਾਦ ਚਲੋ ਉਹ ਆਪਣੀ ਸੋਚ ਹੈ ਕਿ ਅਸੀਂ ਇੱਕ ਦੇਸ਼ ਦੇ ਨਾਗਰਿਕਾਂ, ਸੱਚੀ ਸੁੱਚੀ ਦੇਸ਼ ਭਗਤੀ ਸਾਡੇ ਅੰਦਰ ਵੀ ਹੋਣੀ ਚਾਹੀਦੀ ਹੈ, ਪਰ ਇਹ ਇੱਕ ਬੰਦੇ ਦੇ ਫੋਨ ਦੇ ਵਿੱਚੋਂ ਇੱਕ ਫੋਨ ਐਪ ਅਨਇੰਸਟਾਲ ਕਰਨਾ ਜਾਂ ਇੰਸਟਾਲ ਕਰਨਾ ਉਹਦਾ ਹੱਕ ਹੈ, ਕਿਉਂਕਿ ਉਹਨੇ ਆਪ ਫੋਨ ਤੇ ਪੈਸੇ ਖਰਚੇ, ਉਹਨੇ ਆਪ ਡਾਊਨਲੋਡ ਕੀਤਾ ਹੈ।
ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਬਹੁਤ ਵੱਡਾ ਅਸਰ ਪਊਗਾ ਜਾਂ ਪਰ ਇਹਦੇ ਵਿੱਚ ਪ੍ਰਵੇਸ਼ ਇੱਕ ਗੱਲ ਜਿਹੜੀ ਸਾਹਮਣੇ ਵੱਡੀ ਆਉਂਦੀ ਆ ਕਿ ਸਰਕਾਰ ਨੇ ਕੇਵਲ ਇਹ ਬੈਨ ਕਰਨ ਦੇ ਆਰਡਰ ਦਿੱਤੇ ਨੇ ਐਪ ਨੂੰ, ਹਜੇ ਤੱਕ ਜਿਹੜਾ ਇਸ ਉੱਤੇ ਕੋਈ ਇਹ ਪਲੇਟਫਾਰਮ ਤਿਆਰ ਨਹੀਂ ਕੀਤਾ ਗਿਆ, ਨਾ ਲੋਕਾਂ ਨੂੰ ਇਹ ਮੈਸੇਜ ਦਿੱਤਾ ਗਿਆ ਹੈ ਕਿ ਇਹ ਐਪ ਨੂੰ ਤੁਸੀਂ ਆਪਣੇ ਫੋਨ ਦੇ ਵਿੱਚੋਂ ਡਿਲੀਟ ਕਰ ਦਿਓ ਜਾਂ ਇਹਨੂੰ ਇਸਤੇਮਾਲ ਨਾ ਕਰੋ, ਜਾਂ ਆਪਣੇ ਲੋਕਲ ਨੈਟਵਰਕਸ ਨੂੰ ਵੀ ਨਹੀਂ ਇਹ ਕਿਹਾ ਗਿਆ ਕਿ ਤੁਸੀਂ ਇਹਦੇ ਆਦਾਨ ਪ੍ਰਦਾਨ ਨੂੰ ਰੋਕੋ। ਜਿਹੜਾ ਵੱਡੀ ਗੱਲ ਹੈ ਹੀ ਜੀ, ਕਿਉਂਕਿ ਜੇਕਰ ਆਪਾਂ ਟਿਕਟੌਕ ਦੀ ਗੱਲ ਕਰ ਲਈਏ ਤਾਂ ਟਿਕਟੌਕ ਸਾਰਿਆਂ ਨਾਲੋਂ ਫੇਮਸ ਐਪ ਮੰਨਿਆ ਜਾਂਦਾ ਸੀ, ਤਾਂ ਟਿਕਟੌਕ ਦੇ ਉੱਤੇ ਕਿਤੇ ਨਾ ਕਿਤੇ ਲਗਾਮ ਲੱਗੀ ਹੈ। ਜੇਕਰ ਬਾਕੀ ਗੱਲ ਆਪਾਂ ਯੂਸੀ ਬ੍ਰਾਊਜ਼ਰ ਦੀ ਗੱਲ ਕਰੀਏ, ਉਹ ਐਪ ਅੱਜ ਵੀ ਚੱਲ ਰਿਹਾ। ਜੇਕਰ ਆਪਾਂ ਕੈਮ ਸਕੈਨਰ ਦੀ ਗੱਲ ਕਰੀਏ ਤਾਂ ਹੁਣ ਵੀ ਚੱਲ ਰਿਹਾ। ਕੀ ਗੱਲ ਹੁਣ ਸਾਡੇ ਸ਼ੇਅਰ ਇਟ ਵੀ ਮੈਂ ਹੁਣੇ ਜਿਹੜਾ ਚੈੱਕ ਕਰਕੇ ਹਟਿਆ ਸੀ ਸ਼ੋਅ ਕਰਨ ਤੋਂ ਪਹਿਲਾਂ, ਉਹ ਵੀ ਈਜ਼ੀਲੀ ਚੱਲ ਰਿਹਾ ਸੀ। ਕਿਉਂਕਿ ਟਿਕਟੌਕ ਇੱਕ ਬਹੁਤ ਵੱਡੀ ਲੋਕਾਂ ਦੇ ਵਿੱਚ ਬਹੁਤ ਹਾਹਾਕਾਰ ਮਚੀ ਹੋਈ ਸੀ ਕਿ ਟਿਕਟੌਕ ਬੰਦ ਹੋ ਗਈ। ਅਸਲ ਮੁੱਦਾ ਇਹੀ ਸੀ ਕਿ ਅਸੀਂ ਟਿਕਟੌਕ ਇੱਕ ਚੀਨੀ ਐਪ ਹੈ, ਉਹਨੂੰ ਇਹ ਕਹਿ ਦਾਂਗੇ ਕਿ ਇਹ ਮੇਡ ਇਨ ਚਾਈਨਾ ਹੈ ਤੇ ਅਸੀਂ ਚਾਈਨਾ ਤੋਂ ਇਸ ਤਰੀਕੇ ਨਾਲ ਬਦਲਾ ਲਿਆ ਉਹਨਾਂ ਤੇ, ਇਸ ਤਰੀਕੇ ਦਾ ਅਟੈਕ ਕੀਤਾ ਕਿ ਉਹਨਾਂ ਦੇ ਜੋ ਸੌਫਟਵੇਅਰਾਂ ਤੋਂ ਕਮਾਈ ਹੋਣੀ ਸੀ ਉਹ ਨਹੀਂ ਹੋਊਗੀ ਚੀਨ, ਕਿਉਂਕਿ ਇੱਕ ਐਪ ਬੰਦ ਕਰਤਾ। ਚਲੋ ਬਾਕੀ ਐਪ ਹਲੇ ਵੀ ਚੱਲ ਰਹੇ ਆ। ਬਿਲਕੁਲ, ਅਸੀਂ ਪ੍ਰਵੇਸ਼ ਚਾਈਨੀ ਐਪ ਬੰਦ ਕਰਨ ਦੀ ਗੱਲ ਕਰ ਵੀ ਦਿੱਤਾ, ਅਫੀਸ਼ੀਅਲ ਅਨਅਫੀਸ਼ੀਅਲ ਤਰੀਕੇ ਨਾਲ ਅਸੀਂ ਇਹਨੂੰ ਲੈ ਵੀ ਆਏ, ਅਪਲਾਈ ਵੀ ਕਰ ਦਿੱਤਾ ਆ, ਪਰ ਸਾਡੇ ਕੋਲ ਇਹਦੀ ਆਪਸ਼ਨ ਕੀ ਆ? ਕਿਉਂਕਿ ਇਸ ਦੇ ਨਾਲ ਜਦ ਵੀ ਅਸੀਂ ਕਿਸ ਚੀਜ਼ ਨੂੰ ਰੋਕਦੇ ਹਾਂ, ਬੰਦ ਕਰਦੇ ਹਾਂ, ਬੈਨ ਕਰਦੇ ਹਾਂ, ਉਹਦੀ ਆਪਸ਼ਨ ਜ਼ਰੂਰ ਸਾਡੇ ਕੋਲ ਹੋਣੀ ਚਾਹੀਦੀ ਆ, ਤਾਂ ਹੀ ਅਸੀਂ ਲੋਕਾਂ ਨੂੰ ਤੋੜ ਸਕਦੇ ਹਾਂ, ਮਾਨਸਿਕਤਾ ਆਪਣੀ ਬਦਲ ਸਕਦੇ ਹਾਂ। ਪਰ ਸਾਡੇ ਕੋਲ ਇਸ ਦੀ ਆਪਸ਼ਨ ਵੀ ਕੋਈ ਨਹੀਂ ਹੈਗੀ, ਅਸੀਂ ਕਰਾਂਗੇ ਕੀ ਵੀ ਇਸ ਤੋਂ ਉਹਨੂੰ ਬੰਦ ਕਰਕੇ ਵੀ। ਜਸਪ੍ਰੀਤ ਜੀ, ਇਹ ਤਾਂ ਗੱਲ ਹੈ ਕਿ ਜਦੋਂ ਸਾਡੇ ਕੋਲ ਅਲਟਰਨੇਟ ਹੋਏਗਾ ਤਾਂ ਹੀ ਅਸੀਂ ਉਹ ਚੀਜ਼ ਵੱਲ ਮੂਵ ਆਨ ਹੋਵਾਂਗੇ। ਸਿਰਫ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸਾਡੇ ਕੋਲੇ ਫੇਰ ਬਦਲ ਹੋਣਾ ਚਾਹੀਦਾ ਇੱਕ ਚੀਜ਼ ਦਾ। ਜਦੋਂ ਇੱਕ ਚੀਜ਼ ਬੰਦ ਹੋ ਜਾਂਦੀ ਹੈ ਤਾਂ ਦੂਸਰੀ ਉਹਦੇ ਅਸੀਂ ਅਲਟਰਨੇਟ ਲੱਭ ਲੈਣੇ ਹੁੰਦੇ ਹਾਂ। ਪਰ ਜੇਕਰ ਆਪਾਂ ਗੱਲ ਕਰੀਏ ਐਪਸ ਦੀ, ਅਸੀਂ ਟੈਕਨੀਕਲੀ ਉਨੇ ਸਟਰੋਂਗ ਨਹੀਂ ਹੈਗੇ ਕਿ ਅਸੀਂ ਆਓ ਐਪਸ ਇੱਦਾਂ ਦੀਆਂ ਬਣਾ ਲਈਏ। ਜੇਕਰ ਹੁਣ ਵੀ ਕਾਫੀ ਐਪਸ ਆਈਆਂ ਨੇ ਉਹਨਾਂ ਦੇ ਅਲਟਰਨੇਟ ਦੇ ਵਿੱਚ, ਪਰ ਉਹ ਉਹਨਾਂ ਜੋ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਪਲੇ ਸਟੋਰ 'ਤੇ ਕਈ ਐਪਸ ਹੈ ਵੀ ਨਹੀਂ, ਉਹ ਸ਼ੇਅਰ ਇਟ ਰਾਹੀਂ ਆਉਂਦੀਆਂ ਨੇ। ਜੇਕਰ ਆਪਾਂ ਗੱਲ ਕਰੀਏ ਚੋਰ ਮੋਰੀ ਦੀ, ਤਾਂ ਇਹਨਾਂ ਦੇ ਵਿੱਚ ਚੋਰ ਮੋਰੀ ਹਾਲੇ ਵੀ ਐਪਸ ਦੇ ਵਿੱਚ ਹੈ। ਜੇਕਰ VPN ਦੀ ਗੱਲ ਕਰੀਏ, VPN ਆਪਾਂ ਫੋਨ ਦੇ ਉੱਤੇ ਲਾ ਲੈਂਦੇ ਹਾਂ ਤਾਂ ਇਹ ਫੋਨ 'ਤੇ ਯੂਜ਼ ਹੋ ਜਾਂਦਾ। ਜੇਕਰ ਆਪਾਂ ਪੌਰਨ ਸਾਈਟਾਂ ਜਦੋਂ ਬੰਦ ਕੀਤੇ ਨੇ ਗਵਰਨਮੈਂਟ ਨੇ, ਤਾਂ VPN ਲਾ ਕੇ ਉਹ ਸਾਈਟਾਂ ਵੀ ਚੱਲ ਰਹੀਆਂ ਸੀ। ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਚੋਰ ਮੋਰੀ ਹੈ। ਜੇ ਲੋਕ ਇਹ ਐਪ ਚਲਾ ਸਕਦੇ, ਇਨਕਮ ਫਿਰ ਵੀ ਚਾਈਨਾ ਨੂੰ ਹੋਊਗੀ। ਜਦੋਂ VPN ਲੱਗ ਕੇ ਵੀ ਉਹ ਸੌਫਟਵੇਅਰ ਚੱਲ ਰਿਹਾ ਤਾਂ ਉਹ ਇਨਕਮ ਹੈ ਜੋ ਫਿਰ ਚਾਈਨਾ ਨੂੰ ਜਾਊਗੀ। ਮਤਲਬ ਪੂਰੀ ਤਰ੍ਹਾਂ ਜਿਹੜਾ ਪਲਾਨ ਜ਼ਰੂਰ ਕੀਤਾ ਗਿਆ ਹੈ, ਕੇਵਲ ਜਿਹੜਾ ਇੱਕ ਗੁੱਸਾ ਕੱਢਿਆ ਗਿਆ, ਦਿਖਾਇਆ ਗਿਆ ਕੁਝ ਟਾਈਮ ਲਈ ਹੈ। ਕਿਉਂਕਿ ਇੰਟਰਨੈਸ਼ਨਲ ਤੌਰ 'ਤੇ ਜੇ ਅਸੀਂ ਦੇਖੀਏ ਤਾਂ ਚਾਈਨਾ ਦੇ ਜਿਹੜੇ ਵਿਦੇਸ਼ ਮੰਤਰਾਲੇ ਆ, ਉਹਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਤੁਸੀਂ ਇੰਟਰਨੈਸ਼ਨਲ ਇਨਵੈਸਟਰਸ ਦੇ ਉੱਤੇ ਇਸ ਤਰ੍ਹਾਂ ਨਹੀਂ ਕਰ ਸਕਦੇ। ਅਤੇ ਉਹਨਾਂ ਵੱਲੋਂ ਇਹ ਐਪਸ ਦੇ ਜਿਹੜੇ ਨਿਰਮਾਤਾ ਜਿਹੜੇ ਨੇ ਜਾਂ ਐਪਸ ਦੇ ਜਿਹੜੇ ਸੰਚਾਲਕ ਨੇ, ਉਹਨਾਂ ਵੱਲੋਂ ਵੀ ਅਪੀਲ ਵਾਰੀ ਦਾਇਰ ਕੀਤੀ ਗਈ ਆ ਅਤੇ ਇਹ ਗੱਲ ਕਹੀ ਗਈ ਆ ਕਿ ਸਾਨੂੰ ਜਿਹੜਾ ਮੌਕਾ ਦਿੱਤਾ ਜਾਵੇ ਜਾਂ ਅਸੀਂ ਆਪਣਾ ਜਿਹੜਾ ਪੂਰਾ ਧਾਮ-ਧਮ ਤੁਹਾਡੇ ਅੱਗੇ ਰੱਖਾਂਗੇ ਕਿ ਸਾਡੇ ਨਾਲ ਕੋਈ ਖਤਰਾ ਨਹੀਂ ਹੈ, ਦੇਸ਼ ਨੂੰ ਜਾਂ ਦੇਸ਼ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਨੂੰ ਕੋਈ ਖਤਰਾ ਨਹੀਂ ਹੈ, ਅਤੇ ਨਾ ਹੀ ਅਸੀਂ ਡਾਟਾ ਇਸ ਦਾ ਜਿਹੜਾ ਕਿਤੇ ਵੇਚਦੇ ਹਾਂ, ਚੋਰੀ ਕਰਦੇ ਹਾਂ। ਇਹਦੇ ਵਿੱਚ ਦੋ ਰਾਏ ਤਾਂ ਜਸਪ੍ਰੀਤ ਜੀ ਕਿਤੇ ਹੈ ਹੀ ਨਹੀਂ ਕਿ ਇਹ ਐਪ ਮੁੜ ਕੇ ਚੱਲੂਗਾ ਨਹੀਂ, ਕਿਉਂਕਿ ਇਹ ਐਪ ਜ਼ਰੂਰ ਵਾਪਸੀ ਕਰੇਗਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਟਿਕਟੌਕ ਖੋਲ੍ਹਦੇ ਹਾਂ ਤਾਂ ਉਹਦੇ ਉੱਤੇ ਇੱਕ ਮੈਸੇਜ ਆ ਜਾਂਦਾ ਹੈ ਕਿ ਇਹ ਗਵਰਨਮੈਂਟ ਨੇ ਇਹ ਬੈਨ ਕੀਤਾ ਅਤੇ ਅਸੀਂ ਇਹਦਾ ਜੋ ਐਪ ਹੈ ਇਹਦੀ ਸਾਰੀ ਇਨਕੁਆਇਰੀ ਕਰਾਵਾਂਗੇ ਅਤੇ ਜੋ ਵੀ ਅੰਕੜੇ ਹੋਣਗੇ, ਜੋ ਵੀ ਅਸੀਂ ਇਹ ਕੰਪਨੀ ਸਾਡੀ ਕੋਈ ਵੀ ਡਾਟਾ ਚਾਈਨਾ ਨੂੰ ਨਹੀਂ ਦਿੰਦੀ ਅਤੇ ਡਾਟਾ ਚੋਰੀ ਹੋਣ ਦਾ ਕਿਤੇ ਸਵਾਲ ਹੀ ਨਹੀਂ ਉੱਠਦਾ। ਜਦੋਂ ਇਹ ਗਵਰਨਮੈਂਟ ਕੋਲ ਫੈਸਲਾ ਜਾਊਗਾ, ਉਹਨਾਂ ਦਾ ਜੋ ਆਪਣੇ ਬਿਆਨ ਦੇਣਗੇ, ਤਾਂ ਉਹ ਉਹਨਾਂ ਦੀ ਇੱਕ ਸਪੈਸ਼ਲ ਕਮੇਟੀ ਬਣਾ ਦਿੱਤੀ ਜਾਵੇਗੀ ਇਹ ਐਪਸ ਨੂੰ ਲੈ ਕੇ ਕਿ ਡਾਟਾ ਚੋਰੀ ਕਰਦੇ ਆ ਜਾਂ ਨਹੀਂ ਕਰਦੇ ਆ, ਅਤੇ ਕਮੇਟੀ ਜੋ ਫੈਸਲਾ ਹੈ ਉਹ ਸਰਕਾਰ ਦੇ ਅੱਗੇ ਪੇਸ਼ ਕਰੇਗੀ ਕਿ ਇਹ ਐਪ ਨੇ ਜੋ ਡਾਟਾ ਚੋਰੀ ਨਹੀਂ ਕਰਦੇ ਹੈਗੇ, ਤਾਂ ਜ਼ਾਹਿਰ ਹੈ ਕਿ ਇਹ ਐਪਸ ਨੇ ਮੁੜ ਬਹਾਲ ਹੋਣਗੇ ਸਾਡੇ ਦੇਸ਼ ਦੇ। ਮਤਲਬ ਕਿਤੇ ਨਾ ਕਿਤੇ ਜੋ ਸਰਕਾਰ ਨੇ ਇਸ ਨੂੰ ਲੈ ਕੇ ਟਾਰਗੇਟ ਕੀਤਾ ਹੈ ਜਾਂ ਇੱਕ ਜਿਹੜੀ ਚੀਜ਼ ਮੂਹਰੇ ਲਿਆਂਦੀ ਆ, ਰੱਖੀ ਹੈ, ਜਾਂ ਜਿਹੜੇ ਸਬੂਤ ਪੇਸ਼ ਕੀਤੇ ਨੇ, ਉਹ ਇਹ ਗੱਲ ਇਹ ਡਾਟਾ ਚੋਰੀ ਦਾ ਲਾਇਆ ਆ ਅਤੇ ਇਸ ਨੂੰ ਲੈ ਕੇ ਵਾਪਸੀ ਹੋ ਸਕਦੀ ਆ। ਇਹੀ ਜੇ ਇਹ ਗੱਲ ਆਖੀ ਜਾਂਦੀ ਕਿ ਅਸੀਂ ਚਾਈਨਾ ਦੇ ਬਾਈਕਾਟ ਤਹਿਤ ਇਹ ਐਪ ਨੂੰ ਬੰਦ ਕੀਤਾ, ਤਾਂ ਸ਼ਾਇਦ ਕੋਈ ਵੀ ਸੀ ਜਿਹੜਾ ਇਸ ਨੂੰ ਲੈ ਕੇ ਚੈਲੰਜ ਨਾ ਕਰ ਸਕਦਾ। ਪਰ ਹੁਣ ਇਹ ਜਿਹੜੀ ਗੱਲ ਆਖੀ ਗਈ ਹੈ ਦੇਸ਼ ਦੀ ਸਿਕਿਉਰਿਟੀ ਨੂੰ ਲੈ ਕੇ, ਜੇਕਰ ਉਹ ਐਪ ਇਹ ਸਾਬਿਤ ਕਰ ਜਾਂਦੀਆਂ ਨੇ ਕਿ ਅਸੀਂ ਡਾਟਾ ਨਹੀਂ ਵੇਚਿਆ, ਕੋਈ ਸਿਕਿਉਰਿਟੀ ਦੀ ਕੋਈ ਦਿੱਕਤ ਨਹੀਂ ਹੈਗੀ, ਤਾਂ ਉਹ ਐਪ ਦੁਬਾਰਾ ਚੱਲ ਸਕਦੀ ਹੈ। ਬਿਲਕੁਲ ਗੱਲ ਸਹੀ ਆ। ਪਰ ਤੁਹਾਨੂੰ ਕੀ ਲੱਗਦਾ ਪਰਸਨਲ ਤੌਰ 'ਤੇ ਕਿ ਇਹ ਸਾਡੀ ਸਿਕਿਉਰਿਟੀ ਲਈ ਖਤਰਾ ਹੈ ਜਾਂ ਨਹੀਂ ਹੈ? ਜਸਪ੍ਰੀਤ ਜੀ, ਜੇਕਰ ਆਪਾਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ, ਕਿਉਂਕਿ ਜਦੋਂ ਕਮੇਟੀ ਇਹ ਸਾਰੀ ਰਿਪੋਰਟਸ ਗਵਰਨਮੈਂਟ ਨੂੰ ਦਿੰਦੀ ਹੈ ਤਾਂ ਗਵਰਨਮੈਂਟ ਦੇ ਵੱਲੋਂ ਇਹ ਦੱਸਿਆ ਜਾਵੇਗਾ ਕਿ ਕੰਪਨੀਆਂ ਜ਼ਰੂਰ ਡਾਟਾ ਚੋਰੀ ਕਰਦੀਆਂ ਸੀ ਜਾਂ ਨਹੀਂ ਕਰਦੀਆਂ ਸੀ। ਤਾਂ ਇਹ ਇੱਕ ਵੱਡਾ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਰਹੇਗਾ। ਜੇਕਰ ਆਪਾਂ ਗੱਲ ਕਰ ਲਈਏ ਅੰਕੜਿਆਂ ਦੀ, ਤਾਂ 50 ਕਰੋੜ ਜੋ ਸਮਾਰਟਫੋਨ ਨੇ, 50 ਕਰੋੜ
ਦੇ ਵਿੱਚੋਂ 30 ਕਰੋੜ ਫੋਨ ਦੇ ਵਿੱਚ ਇਹ 59 ਐਪਸ ਦੇ ਵਿੱਚੋਂ ਕੋਈ ਨਾ ਕੋਈ ਐਪ ਹੈ, ਤਾਂ ਅਸੀਂ ਇਹ ਬਚ ਨਹੀਂ ਸਕਦੇ ਕਿ ਕਿਤੇ ਨਾ ਕਿਤੇ ਅਸੀਂ ਸਰਕਾਰ ਅੱਗੇ ਵੀ ਇਹੀ ਸਰਕਾਰ ਨੂੰ ਜ਼ਰੂਰ ਅੰਕੜੇ ਦੇਖ ਲੈਣੇ ਚਾਹੀਦੇ ਹੈ ਕਿ 50 ਕਰੋੜ ਸਮਾਰਟਫੋਨ ਨੇ ਤੇ ਉਹਨਾਂ ਦੇ ਵਿੱਚੋਂ 30 ਕਰੋੜ ਫੋਨਾਂ ਦੇ ਵਿੱਚ ਜੋ ਚੀਨ ਦੇ ਬਣਾਏ ਸੌਫਟਵੇਅਰ ਨੇ। ਤਾਂ ਸਾਡੀ ਜੇ ਜਾਣਕਾਰੀ ਚੋਰੀ ਹੁੰਦੀ ਹੈ ਤਾਂ ਬਹੁਤ ਵੱਡਾ ਸਵਾਲ ਹੈ, ਇੱਕ ਸਾਈਬਰ ਕ੍ਰਾਈਮ ਮੰਨਿਆ ਜਾਊਗਾ ਜੇਕਰ ਸਾਡਾ ਡਾਟਾ ਚੋਰੀ ਹੋ ਜਾਂਦਾ ਹੈ। ਬਿਲਕੁਲ ਇਹ ਹੈਗਾ ਵੀ ਹੈਗਾ, ਪਰ ਜੇ ਅੰਕੜਿਆਂ ਦੀ ਗੱਲ ਕਰ ਲਈਏ ਤਾਂ 2018 ਦੀ ਰਿਪੋਰਟ ਦੇ ਮੁਤਾਬਿਕ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਕਿ 35% ਜਿਹੜੇ ਅਟੈਕ ਨੇ ਉਹ ਚਾਈਨਾ ਨੇ ਸਾਡੇ ਉੱਤੇ ਕੀਤੇ ਨੇ। ਸਾਡੇ ਬੈਂਕਸ ਦੇ ਉੱਤੇ ਵੀ ਇਸ ਦਾ ਖਤਰਾ ਹੋ ਸਕਦਾ, ਸਾਡੇ ATM ਨੂੰ ਵੀ ਖਤਰਾ ਹੋ ਸਕਦਾ। ਇੱਥੋਂ ਤੱਕ ਅਸੀਂ PayTM ਵਰਗੀ ਗੱਲ ਕਰ ਰਹੇ ਸੀ। ਇਨਵੈਸਟਰ ਕਿਤੇ ਨਾ ਕਿਤੇ ਇਹੋ ਜਿਹੀਆਂ ਐਪਸ ਨੇ ਜਿਹੜੀਆਂ ਸਿੱਧੇ ਚਾਈਨਾ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ PayTM ਦੀ ਗੱਲ ਕਰ ਲਓ, ਉਹ ਵੀ ਸਾਡੇ ਬੈਂਕਸ ਨਾਲ ਜੁੜਿਆ, ਉਹ ਵੀ ਖਤਰਾ ਹੋ ਸਕਦਾ ਆ। ਅਜਿਹੀਆਂ ਐਪ ਉੱਤੇ ਲਗਾਮ ਲਾਉਣ ਦੀ ਜਿਹੜੀ ਲੋੜ ਹੈ, ਪਰ ਉਹ ਸਹੀ ਤਰੀਕਾ ਵਰਤ ਕੇ ਲਗਾਇਆ ਜਾਵੇ ਤੇ ਇਹਨਾਂ ਨੂੰ ਕੱਸਿਆ ਵੀ ਜਾਵੇ। ਪਰ ਸਰਕਾਰ ਇੱਕ ਪਾਸੇ ਐਪਸ ਨੂੰ ਡਿਲੀਟ ਕਰਨ ਦੀ ਗੱਲ ਆਖੀ ਗਈ ਹੈ, ਜਾਂ ਮਤਲਬ ਇਹ ਐਪ ਦਾ ਬੈਨ ਲਾਇਆ ਗਿਆ, ਡਿਲੀਟ ਕਰਨ ਦੀ ਗੱਲ ਆਖੀ ਬੈਨ ਲਾਇਆ ਗਿਆ ਆ, ਤਾਂ ਇਸ ਉੱਤੇ ਪੂਰੀ ਤਰ੍ਹਾਂ ਜਿਹੜਾ ਫੈਸਲਾ ਲੈਣ ਦੀ ਲੋੜ ਵੀ ਹੈ। ਜੇ ਅਸੀਂ ਇਹਨੂੰ ਵਾਕਈ ਹੀ ਬੈਨ ਕਰ ਰਹੇ ਹਾਂ ਜਾਂ ਵਾਕਈ ਰੋਕ ਰਹੇ ਹਾਂ, ਕੇਵਲ ਲੋਕਾਂ ਨੂੰ ਥੋੜ੍ਹੇ ਟਾਈਮ ਲਈ ਸ਼ਾਂਤ ਕਰਨ ਦੇ ਨਤੀਜੇ ਨਾਲ ਇਸ ਉੱਤੇ ਜਿਹੜੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜੋ ਕਿ ਮੈਨੂੰ ਲੱਗਦਾ ਕੀਤੀ ਗਈ ਇਸ ਸਮੇਂ। ਬਿਲਕੁਲ ਜਸਪ੍ਰੀਤ ਜੀ, ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਥੋੜ੍ਹੇ ਟਾਈਮ ਬਾਅਦ ਸਾਡੇ ਭਾਰਤੀਆਂ ਨੂੰ ਕੋਈ ਨਾ ਕੋਈ ਝਟਕਾ ਜ਼ਰੂਰ ਲੱਗਦਾ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਐਡਾ ਵੱਡਾ ਝਟਕਾ ਸੀ। ਜੇਕਰ ਆਪਾਂ ਨੋਟਬੰਦੀ ਦੀ ਗੱਲ ਕਰ ਲਈਏ ਤਾਂ ਇੱਕੋ ਦਮ ਜੇ ਅਸੀਂ ਚਾਈਨਾ ਦਾ ਬਾਈਕਾਟ ਕਰਨਾ ਹੁੰਦਾ ਤਾਂ ਕਰ ਸਕਦੇ ਸੀ, ਕਿਉਂਕਿ ਥੋੜ੍ਹੇ ਸਮੇਂ ਬਾਅਦ ਲੋਕਾਂ ਨੂੰ ਇਹ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਸੜਕਾਂ 'ਤੇ ਆ ਜਾਣ। ਤਾਂ ਜੇਕਰ ਆਪਾਂ ਗੱਲ ਕਰੀਏ ਨੋਟਬੰਦੀ ਵੇਲੇ ਲੋਕਾਂ ਦਾ ਬੁਰਾ ਹਾਲ ਸੀ, ਤਾਂ ਬਹੁਤ ਵੱਡੀਆਂ ਮੁਹਿੰਮਾਂ ਚਲਾਈਆਂ ਗਈਆਂ, ਤਾਂ ਚਾਈਨਾ ਬਾਈਕਾਟ ਕੋਈ ਵੱਡੀ ਗੱਲ ਨਹੀਂ ਸੀ। ਜੇਕਰ ਗੌਰਮੈਂਟ ਚਾਹੁੰਦੀ ਤਾਂ ਹੋਰ ਕਿਤੋਂ ਐਕਸਪੋਰਟ ਕਰਕੇ ਮਾਲ ਮੰਗਾ ਸਕਦੀ ਸੀ, ਤੇ ਜੋ ਚਾਈਨਾ ਦਾ ਬਾਈਕਾਟ ਸੰਭਵ ਸੀ, ਪਰ ਬਹੁਤ ਛੋਟੇ ਰੂਪ ਦੇ ਵਿੱਚ। ਪਰ ਹੁਣ ਇਸ ਸਮੇਂ ਬਿਲਕੁਲ ਜੇ ਬਾਈਕਾਟ ਦੀ ਗੱਲ ਕਰਦੇ ਹਾਂ, ਪਰ ਇਸ ਸਮੇਂ ਇਹ ਸਥਿਤੀ ਆ ਚੁੱਕੀ ਹੈ ਪ੍ਰਵੇਸ਼, ਹੁਣ ਬਹੁਤ ਸਾਰੇ ਜਿਹੜੇ ਆਮ ਵਪਾਰੀ ਨੇ ਉਹਨਾਂ ਨੇ ਸਰਕਾਰ ਦੇ ਭਰੋਸੇ ਨਾਲ, ਸਰਕਾਰ ਨਾਲ ਇਹ ਜਿਹੜੇ ਇਨਵੈਸਟ ਬਹੁਤ ਵੱਡੇ ਲੈਵਲ ਤੇ ਕਰ ਦਿੱਤਾ ਆ ਚਾਈਨਾ ਤੋਂ ਸਮਾਨ ਮੰਗਾਉਣ ਦੇ ਲਈ, ਕਿਉਂਕਿ ਫੈਸਟੀਵਲ ਸੀਜ਼ਨ ਆ ਰਿਹਾ ਤੇ ਹਰ ਬੰਦਾ ਜਿਹੜਾ ਇਨਵੈਸਟ ਕਰਦਾ ਹੈ, ਉਹਨਾਂ ਦਾ ਕੀ ਬਣੂਗਾ? ਤੁਹਾਨੂੰ ਨਹੀਂ ਲੱਗਦਾ ਕਿ ਇਹ ਫੈਸਲੇ ਨਾਲ, ਐਪ ਦੇ ਫੈਸਲੇ ਨਾਲ ਅਸੀਂ ਕਿਤੇ ਨਾ ਕਿਤੇ ਚਾਈਨਾ ਨਾਲ ਆਪਣਾ ਬਖੇੜਾ ਜ਼ਿਆਦਾ ਖੜਾ ਕਰ ਰਹੇ ਹਾਂ ਤੇ ਸਾਨੂੰ ਦਿੱਕਤ ਆਊਗੀ ਇਹਦੀ? ਬਿਲਕੁਲ ਜਸਪ੍ਰੀਤ ਜੀ, ਤਾਂ ਬਖੇੜੇ ਵਾਲੀ ਗੱਲ ਹੈ ਕਿ ਜਦੋਂ ਅਸੀਂ ਬਾਈਕਾਟ ਇੱਕ ਵਾਰ ਸ਼ੁਰੂਆਤ ਕਰਤੀ, ਕਿ ਇੱਕ ਵਾਰ ਅਸੀਂ ਐਪ ਬੰਦ ਕਰਤੇ, ਤਾਂ ਉਹਨਾਂ ਦੇ ਵਿੱਚ ਵੀ ਇਹ ਜ਼ਾਹਿਰ ਹੈ ਕਿ ਉਹਨਾਂ ਦੇ ਵਿੱਚ ਵੀ ਇਹ ਗੱਲ ਆਊਗੀ ਕਿ ਸਾਡੇ ਕੜੱਤਣ ਆਵੇਗੀ, ਕਿਤੇ ਨਾ ਕਿਤੇ ਆਊਗੀ ਰਿਸ਼ਤਿਆਂ ਦੇ ਵਿੱਚ। ਜਦੋਂ ਅਸੀਂ ਬਣਾਏ ਉਹਨਾਂ ਦੇ ਪ੍ਰੋਡਕਟਸ ਬੈਨ ਕਰਦੇ ਹਾਂ ਤਾਂ ਉਹਨਾਂ ਦੇ ਅੰਦਰ ਇਹ ਗੱਲ ਕਿਉਂ ਨਹੀਂ ਆਊਗੀ? ਕਿਉਂਕਿ ਜੋ ਆਮ ਵਪਾਰੀ ਹੈ ਉਹਨੇ ਸਮਾਨ ਆਪਣਾ ਚਾਈਨਾ ਤੋਂ ਮੰਗਵਾਉਣਾ, ਬੇਸ਼ੱਕ ਉਹ ਦੀਵਾਲੀ ਦੀਆਂ ਲੜੀਆਂ ਹੋਣ ਜਾਂ ਹੋਲੀ ਦੇ ਰੰਗ ਹੋਣ ਜਾਂ ਹੋਰ ਵੱਡੇ ਤਿਉਹਾਰਾਂ ਤੇ ਜੋ ਟੋਇਜ਼ ਵਰਤੇ ਜਾਂਦੇ ਆ ਸਾਡੇ, ਜਾਂ ਰੂਟੀਨ ਨਾਲ ਕਰਦੀਆਂ ਚੀਜ਼ਾਂ, ਜਿਹੜੀਆਂ ਕਰਦੀਆਂ ਚੀਜ਼ਾਂ ਜ਼ਿਆਦਾਤਰ ਉਹ ਚਾਈਨਾ ਤੋਂ ਆਉਂਦੀਆਂ ਨੇ, ਤਾਂ ਉਹਨਾਂ ਨੂੰ ਜ਼ਿਆਦਾ ਮਾਰ ਪਊਗੀ। ਕਿਉਂਕਿ ਸਰਕਾਰ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਪੇਮੈਂਟ ਦਿੱਤੀ ਹੋਈ ਹੈ ਉਹਨਾਂ ਦਾ ਸਮਾਨ ਚਾਈਨਾ ਤੋਂ ਆਉਣਾ, ਜੇਕਰ ਉਹਦੇ ਉੱਤੇ ਰੋਕ ਲੱਗ ਜਾਂਦੀ ਹੈ ਤਾਂ ਵੱਡਾ ਵਪਾਰੀ ਕਿਤੇ ਨਾ ਕਿਤੇ ਇਹ ਘਾਟਾ ਜ਼ਰੂਰ ਸਹਿਣ ਕਰੇਗਾ। ਬਿਲਕੁਲ, ਜਿਹੜਾ ਘਾਟਾ ਹੋਵੇਗਾ ਵੀ, ਜਿਹਦਾ ਨੁਕਸਾਨ ਜਿਹੜਾ ਸਭ ਨੂੰ ਝੱਲਣਾ ਪੈ ਸਕਦਾ ਆ। ਹਾਲਾਂਕਿ ਜੇ ਅਸੀਂ ਇਸ ਉੱਤੇ ਗੁੱਸਾ ਦਿਖਾਉਣਾ ਸੀ, ਸਾਨੂੰ ਬਾਰਡਰ 'ਤੇ ਵੀ ਦਿਖਾਉਣਾ ਚਾਹੀਦਾ ਸੀ। ਹਾਂ, ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਕਿ ਖੁਦ ਉਹ ਆਪਣੇ ਫੋਨ ਦੇ ਵਿੱਚੋਂ ਐਪਸ ਨੂੰ ਡਿਲੀਟ ਕਰ ਦਿਓ, ਖੁਦ ਅਸੀਂ ਨਾ ਵਰਤੀਏ, ਖੁਦ ਅਸੀਂ ਆਪਣੇ ਰਾਸ਼ਟਰਵਾਦ ਹੋਣ ਦਾ ਸਬੂਤ ਦਈਏ, ਪਰ ਅਸੀਂ ਕੇਵਲ ਇਹਨਾਂ ਨੂੰ ਬੈਨ ਕਰਕੇ ਲੋਕਾਂ ਦੇ ਯੂਜ਼ਰਸ ਨੂੰ ਨਹੀਂ ਰੋਕ ਸਕਦੇ। ਜੇ ਰੋਕਣਾ ਹੋਵੇਗਾ ਪੂਰੀ ਤਰ੍ਹਾਂ, ਜਿਹੜੇ ਪੜਾਅ ਮੈਂ ਤੁਹਾਨੂੰ ਦੱਸੇ ਸੀ ਪਹਿਲਾਂ ਵੀ, ਸਰਕਾਰ ਖੁਦ ਜਿਹੜੇ ਇਹਨਾਂ ਨੂੰ ਪਲੇਟਫਾਰਮ ਤੋਂ ਹਟਾਵੇ, ਜੋ ਹਟਾ ਚੁੱਕੀ ਆ, ਪਰ ਯੂਜ਼ਰ ਦੇ ਜਿਹਦੇ ਫੋਨ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਜਿਹੜਾ ਲਾਗੂ ਕੀਤਾ ਜਾਵੇਗਾ, ਕਿਸ ਤਰ੍ਹਾਂ ਇਸ ਉੱਤੇ ਕਾਨੂੰਨ ਲਿਆਂਦਾ ਜਾਵੇਗਾ? ਕਿਉਂਕਿ ਤੁਸੀਂ ਰੋਕ ਸਕਦੇ ਹੋ ਉਹ ਚੀਜ਼ ਨੂੰ ਵੀ ਦੁਬਾਰਾ ਜਿਹੜੀ ਵਰਤਣ ਤੋਂ ਰੋਕੀ ਗਈ ਹੈ ਸਰਕਾਰ ਵੱਲੋਂ, ਉਸ ਉੱਤੇ ਕਾਰਵਾਈ ਹੋ ਸਕਦੀ ਹੈ। ਇਹ ਵੀ ਮੈਂ ਸੁਣਨ 'ਚ ਆਇਆ ਸੀ ਕਿ 5 ਲੱਖ ਰੁਪਏ ਜੁਰਮਾਨਾ, ਜਿਹੜੀ ਕੁਝ ਸਾਲ ਦੀ ਸਜ਼ਾ ਵੀ ਇਸ ਨੂੰ ਹੋ ਸਕਦੀ ਹੈ ਲੋਕਾਂ ਨੂੰ। ਪਰ ਉਸ ਦੇ ਵਿੱਚ ਵੱਡੀ ਗੱਲ ਇਹ ਹੈਗੀ ਆ ਕਿ ਜਿਹੜਾ ਯੂਜ਼ਰ ਪਹਿਲਾਂ ਹੀ ਯੂਜ਼ ਕਰ ਰਿਹਾ ਉਸ ਨੂੰ ਤੁਸੀਂ ਕਿਵੇਂ ਰੋਕੋਗੇ, ਉਸ ਉੱਤੇ ਕਿਵੇਂ ਕਾਰਵਾਈ ਕਰੋਗੇ, ਉਸ ਉੱਤੇ ਜਿਹੜਾ ਕਿਵੇਂ ਸਖਤਾਈ ਕਰੋਗੇ, ਵੱਡੀ ਗੱਲ ਆਉਂਦੀ। ਬਿਲਕੁਲ ਜਸਪ੍ਰੀਤ ਜੀ, ਜੇਕਰ ਆਪਾਂ ਗੱਲ ਕਰੀਏ IT ਐਕਟ 69A ਦੀ, ਤਾਂ ਉਹਦੇ ਰਾਹੀਂ ਇਹ ਐਪ ਦਾ ਹਵਾਲਾ ਦਿੱਤਾ ਗਿਆ ਕਿ ਇਹ ਸਿਕਿਉਰਿਟੀ ਨੂੰ ਸਾਡੀ ਨੂੰ ਹਾਰਮ ਕਰਦਾ ਹੈ। ਜੇਕਰ IT ਕੰਪਨੀਆਂ ਦੀ ਗੱਲ ਕਰੀਏ, ਜੇਕਰ IT ਕੰਪਨੀਆਂ ਇਹ ਚੋਰ ਮੋਰੀ ਦੇ ਵਿੱਚ ਇਹ ਐਪ ਚਲਾ ਰਹੀਆਂ ਨੇ ਤਾਂ ਉਹਨਾਂ ਦੇ ਅੰਦਰ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਜਿਹਦੇ ਵਿੱਚ ਕਿ 3 ਸਾਲ ਜਾਂ 3 ਸਾਲ ਤੋਂ ਵੱਧ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਜੋ ਕੰਪਨੀ ਨੂੰ ਬਣਦਾ ਹੈ। ਜੇਕਰ ਆਪਾਂ ਆਮ ਨਾਗਰਿਕ ਦੀ ਗੱਲ ਕਰ ਲਈਏ, ਜਿਸ ਦੇ ਫੋਨ ਦੇ ਵਿੱਚ ਇਹ ਐਪਸ ਹੈਗੇ ਹੈ ਤੇ ਉਹ ਯੂਜ਼ ਕਰ ਰਿਹਾ, ਤਾਂ ਉਹਦੇ ਲਈ ਕੋਈ ਕਾਨੂੰਨ ਨਹੀਂ ਬਣਿਆ, ਕਿਉਂਕਿ ਉਹ ਇਹ ਕਹਿ ਸਕਦਾ ਹੈ ਕਿ ਮੇਰੇ ਕੋਲ ਪਹਿਲਾਂ ਦਾ ਐਪ ਹੈ ਤੇ ਮੈਂ ਪਹਿਲਾਂ ਦਾ ਬਣਾਇਆ ਇਹ ਐਪ ਯੂਜ਼ ਕਰ ਰਿਹਾ। ਜੇਕਰ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਕਿ ਇਹ ਐਪ ਦਾ ਜੋ ਪੂਰਨ ਤੌਰ 'ਤੇ
ਰੋਕ ਲਗਾ ਦਿੱਤੀ ਜਾਵੇ ਕਿ ਉਹਦੇ ਕੋਲ ਕੋਈ ਫੀਡ ਹੈ ਜੋ ਐਪ ਹੈ ਉਹ ਨਾ ਹੀ ਚੱਲੇ ਜਾਂ ਉਹ ਐਪ ਪੂਰਨ ਤੌਰ ਤੇ ਬੰਦ ਹੋ ਜਾਵੇ। ਕਿਉਂਕਿ ਜੇ ਉਹ ਆਮ ਨਾਗਰਿਕ ਕੋਲ ਐਪ ਚੱਲ ਰਿਹਾ ਤਾਂ ਆਮ ਨਾਗਰਿਕ ਦੇ ਉੱਤੇ ਕੋਈ ਵੀ ਸਜ਼ਾ ਜਾਂ ਕੋਈ ਵੀ ਜੁਰਮਾਨਾ ਨਹੀਂ ਲੱਗਦਾ। ਬਿਲਕੁਲ ਜੀ ਪਰਵੇਜ਼, ਬੜੀ ਵਧੀਆ ਗੱਲ ਹੈ ਕਿ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਇਹ ਐਪ ਦੁਬਾਰਾ ਆ ਸਕਦੀਆਂ ਨੇ, ਚੱਲ ਸਕਦੀਆਂ, ਕਿਉਂਕਿ ਹਜੇ ਤੱਕ ਇਸ ਉੱਤੇ ਇੱਕ ਐਪ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ, ਐਪਸ ਦੀ ਅਪੀਲ ਹੋਣੀ ਬਾਕੀ ਹੈ, ਇੰਟਰਨੈਸ਼ਨਲ ਇਨਵੈਸਟਰ ਦਾ ਜਿਹੜਾ ਪੱਖ ਹੋਣਾ ਬਾਕੀ ਹੈ। ਕੇਵਲ ਸਰਕਾਰ ਨੇ ਆਪਣੇ ਨਿੱਜੀ ਤੌਰ ਤੇ ਬੈਨ ਇਸ ਉੱਤੇ ਜ਼ਰੂਰ ਲਗਾਇਆ। ਪਰਵੇਜ਼, ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਸਟੂਡੀਓ 'ਚ ਆ ਕੇ ਇਸ ਉੱਤੇ ਚਰਚਾ ਕੀਤੀ। ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸਾਡੇ ਨਾਲ ਪਰਵੇਜ਼, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਇਹਨਾਂ ਐਪਸ ਨੂੰ ਲੈ ਕੇ। ਹਜੇ ਤੱਕ ਜੇ ਅਸੀਂ ਦੁਬਾਰਾ ਐਪਸ ਨੂੰ ਜੇ ਡਾਊਨਲੋਡ ਕਰਾਂਗੇ ਜਾਂ ਚੋਰ ਮੋਰੀ ਨਾਲ ਵਰਤਾਂਗੇ ਤਾਂ ਸਾਡੇ ਉੱਤੇ ਕਾਨੂੰਨੀ ਸਖਤਾਈ ਹੋ ਸਕਦੀ ਆ, ਜੁਰਮਾਨਾ ਲੱਗ ਸਕਦਾ ਆ। ਪਰ ਜੇਕਰ ਅਸੀਂ ਪਹਿਲਾਂ ਹੀ ਇਹਦੇ ਯੂਜ਼ਰ ਆ ਤਾਂ ਉਸ ਨੂੰ ਲੈ ਕੇ ਹਜੇ ਤੱਕ ਕਾਨੂੰਨ ਜਿਹੜਾ ਸਾਹਮਣੇ ਨਹੀਂ ਆਇਆ ਵੀ ਕਿਸ ਤਰੀਕੇ ਨਾਲ ਉਹਨਾਂ ਉੱਤੇ ਕਾਰਵਾਈ ਹੋਵੇ, ਕਿਵੇਂ ਅਸੀਂ ਇਹਨੂੰ ਰੋਕਾਂਗੇ। ਸਰਕਾਰ ਜੇ ਵਾਕਈ ਬੈਨ ਲਾਉਣਾ ਚਾਹੁੰਦੀ ਆ ਤਾਂ ਨੈਟਵਰਕਸ ਨੂੰ ਵੀ ਇਹ ਗੱਲ ਆਖੇ, ਜਿੰਨੇ ਨੈਟਵਰਕ ਅਸੀਂ ਯੂਜ਼ ਕਰਦੇ ਹਾਂ, ਕਿ ਕੋਈ ਵੀ ਨੈਟਵਰਕ ਇਸ ਨੂੰ ਪਲੇ ਨਾ ਕਰੇ, ਕੋਈ ਵੀ ਨਾ ਚਲਾਵੇ। ਅਤੇ ਅਸੀਂ ਆਪ ਲੋਕਾਂ ਨੂੰ ਵੀ ਇਹ ਗੱਲ ਆਖੇ ਕਿ ਲੋਕ ਆਪਣੇ ਫੋਨਾਂ ਵਿੱਚੋਂ ਇਸ ਐਪ ਨੂੰ ਡਿਲੀਟ ਕਰ ਦੇਣ ਜਿਹੜੀਆਂ ਐਪਸ ਉੱਤੇ ਬੈਨ ਲਾਇਆ ਗਿਆ ਆ, ਅਤੇ ਪੂਰੀ ਤਰ੍ਹਾਂ ਅਸੀਂ ਤਾਂ ਹੀ ਇਸ ਐਪਸ ਨੂੰ ਬੈਨ ਕਰ ਸਕਦੇ ਹਾਂ। ਪਰ ਹਜੇ ਇੰਟਰਨੈਸ਼ਨਲ ਜਿਹੜਾ ਇੰਟਰਨੈਸ਼ਨਲ ਇਨਵੈਸਟਰ ਨੇ ਉਹਨਾਂ ਦੀ ਗੱਲ ਆਉਣੀ ਸਾਹਮਣੇ ਬਾਕੀ ਆ, ਜਾਂ ਜਿਹੜੇ ਐਪਸ ਦੇ ਜਿਹੜੇ ਮਾਲਕ ਨੇ ਜਾਂ ਐਪਸ ਨੂੰ ਭਾਰਤ ਵਿੱਚ ਜਿਹੜੇ ਚਲਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਅਪੀਲਾਂ ਨੇ ਸਰਕਾਰ ਨੂੰ ਕੀਤੀਆਂ ਜਾ ਰਹੀਆਂ, ਉਹਨਾਂ ਦਾ ਫੈਸਲਾ ਆਉਣਾ ਬਾਕੀ ਆ। ਫਿਰ ਪਤਾ ਲੱਗੇਗਾ ਕਿ ਐਪਸ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਬੈਨ ਹੁੰਦੀਆਂ ਨੇ, ਪੂਰੀ ਤਰ੍ਹਾਂ ਬੰਦ ਹੋ ਜਾਂਦੀਆਂ ਨੇ, ਜਾਂ ਇਹ ਮੁੜ ਜਿਹੜੀਆਂ ਚੱਲਣਗੀਆਂ। ਪਰ ਹਜੇ ਤੱਕ ਜੋ ਇੱਕ ਮੈਸੇਜ ਮਿਲਿਆ ਸਰਕਾਰ ਦਾ, ਉਹ ਸਿੱਧੇ ਤੌਰ ਤੇ ਚਾਈਨਾ ਦਾ ਬਾਈਕਾਟ ਕਰਨ ਦਾ ਹੀ ਹੈ। ਜਿਹੜਾ ਉਹਦੇ ਤੱਥ ਦਿੱਤਾ ਗਿਆ ਹੋਵੇ, ਜਿਹੜੀ ਮਰਜ਼ੀ ਡਿਟੇਲ ਦਿੱਤੀ ਗਈ ਹੋਵੇ, ਪਰ ਪੂਰੀ ਤਰ੍ਹਾਂ ਚਾਈਨਾ ਬੈਨ ਕਰਨ ਦੀ ਹੀ ਗੱਲ ਹੈ, ਚਾਈਨਾ ਬਾਈਕਾਟ ਕਰਨ ਦੀ ਹੀ ਗੱਲ ਹੈ। ਐਪ ਦੇ ਵਿੱਚ ਹਾਲਾਂਕਿ ਜਦ ਟਵੀਟ ਕੀਤਾ ਗਿਆ ਸੀਗਾ ਸਾਡੇ IT ਮਿਨਿਸਟਰ ਵੱਲੋਂ, ਤਾਂ ਇਹ ਗੱਲ ਨਹੀਂ ਆਖੀ ਗਈ ਕਿ ਚਾਈਨੀਜ਼ ਐਪ, ਕੇਵਲ ਐਪ ਆਖੀਆਂ ਗਈਆਂ ਨੇ, ਅਤੇ ਨਾ ਹੀ ਕਿਤੇ ਇਹ ਚਾਈਨਾ ਦਾ ਨਾਮ ਆਇਆ, ਚਾਈਨੀਜ਼ ਐਪ ਦਾ ਨਾਂ ਆਇਆ, ਸਿਰਫ ਐਪ ਦੀ ਗੱਲ ਆਈ ਆ। ਪਰ ਇੱਕ ਗੱਲ ਵੀ ਇਹ ਕਲੀਅਰ ਹੈਗੀ ਹੈ ਕਿ ਇਹ ਐਪ ਸਿੱਧੇ ਤੇ ਅਸਿੱਧੇ ਤੌਰ ਤੇ ਚਾਈਨਾ ਨਾਲ ਜੁੜੀਆਂ ਹੋਈਆਂ, ਚਾਹੇ ਡਾਇਰੈਕਟ ਚਾਈਨਾ ਨੂੰ ਆਪਰੇਟ ਕਰਦਾ, ਚਾਹੇ ਇਨਵੈਸਟ ਕੀਤਾ ਹੋਇਆ ਚਾਈਨਾ ਨੇ ਇਹਦੇ ਵਿੱਚ, ਜਾਂ ਚਾਈਨਾ ਇਨਵੈਸਟਰਾਂ ਵੱਲੋਂ ਇਸ ਦੇ ਵਿੱਚ ਇਨਵੈਸਟ ਕੀਤਾ ਹੋਇਆ ਆ। ਪਰ ਇੱਕ ਹੋਰ ਗੱਲ ਵੀ ਹੈਗੀ ਆ ਕਿ ਖਤਰਾ ਜ਼ਰੂਰ ਸਾਡੇ ਲਈ ਹੋ ਸਕਦੀਆਂ ਨੇ, ਕਿਉਂਕਿ 2018 ਦੀ ਰਿਪੋਰਟ ਦੇ ਮੁਤਾਬਕ 35% ਜਿਹੜੇ ਚਾਈਨਾ ਨੇ ਸਾਡੇ ਉੱਤੇ ਅਟੈਕ ਕੀਤੀਆਂ, ਸਾਈਬਰ ਅਟੈਕ ਜਿਹੜੇ ਸਾਡੇ ਲਈ ਖਤਰਨਾਕ ਹੋਏ ਨੇ। ਇੱਕ I love you ਵਾਇਰਸ ਵੀ ਆਇਆ ਸੀ ਜਿਹੜਾ ਬਹੁਤ ਖਤਰਨਾਕ ਸਾਬਿਤ ਹੋਇਆ ਸੀ, ਬਹੁਤ ਸਾਰੇ ਕੰਪਿਊਟਰ ਉਹਨੇ ਖਰਾਬ ਕਰ ਦਿੱਤੇ ਸੀ, ਜੋ ਕਿ ਚਾਈਨਾ ਦਾ ਹੀ ਸੀਗਾ। ਸੋ ਇੱਕ ਹੋਰ ਵੀ ਆ ਜਿੱਥੇ ਕੰਪਨੀਆਂ ਆਖ ਰਹੀਆਂ ਨੇ ਕਿ ਚਾਈਨਾ ਨੂੰ ਅਸੀਂ ਡਾਟਾ ਨਹੀਂ ਦੇ ਰਹੀਆਂ, ਪਰ 2017 'ਚ ਮੀਡੀਆ ਰਿਪੋਰਟਾਂ ਦੇ ਮੁਤਾਬਕ ਚਾਈਨਾ ਨੇ ਇੱਕ ਲਾਅ ਪਾਸ ਕੀਤਾ ਸੀ ਜਿਸ ਦੇ ਅਨੁਸਾਰ ਚਾਈਨਾ ਕਿਸੇ ਵੀ ਕੰਪਨੀ ਤੋਂ ਕੋਈ ਵੀ ਡਾਟਾ ਲੈ ਸਕਦਾ ਹੈ ਜਦ ਮਰਜ਼ੀ। ਸੋ ਆਉਣ ਵਾਲਾ ਸਮੇਂ ਦੱਸੇਗਾ ਕਿ ਇਹ ਐਪ ਪੂਰੀ ਤਰ੍ਹਾਂ ਆਉਂਦੀਆਂ ਨੇ ਜਾਂ ਫਿਰ ਭਾਰਤ ਆਪਣੀ ਗੱਲ 'ਤੇ ਅੜਿਆ ਰਹਿੰਦਾ ਅਤੇ ਐਪ ਦਾ ਬਾਈਕਾਟ ਹੀ ਰਹੇਗਾ। ਫਿਲਹਾਲ ਅੱਜ ਦੇ ਸਾਡੇ ਸ਼ੋਅ ਦੇ ਵਿੱਚ ਇੰਨਾ ਹੀ। ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ।